ਸਤਿ ਸ਼੍ਰੀ ਅਕਾਲ ਦੋਸਤੋ, ਫਾਸਟਵੇ ਦੀ ਪੇਸ਼ਕਸ਼ ਸਾਂਭ ਸੰਭਾਲ ਅੰਮ੍ਰਿਤਸਰ ਸ਼ਹਿਰ ਦੀ ਦਾ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਜਿਵੇਂ ਮੈਂ ਹਰ ਪ੍ਰੋਗਰਾਮ ਦੇ ਵਿੱਚ ਕਹਿੰਦਾ, ਅੰਮ੍ਰਿਤਸਰ ਸ਼ਹਿਰ ਸਾਡਾ ਆਪਣਾ ਸ਼ਹਿਰ, ਇਸ ਦੀ ਸਾਂਭ ਸੰਭਾਲ ਸਾਡਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਅੱਜ ਦੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਏ ਹਨ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਜੀ ਰਿੰਟੂ ਸਰ, ਜੀ ਆਇਆਂ ਨੂੰ ਜੀ। ਔਰ ਉਸ ਦੇ ਨਾਲ ਹੀ ਸਾਡੇ ਨਾਲ ਮੌਜੂਦ ਹਨ ਸੁਖ ਅਮਰਤ ਸਿੰਘ ਜੀ, ਜੋ ਕਿ YGPT ਨੂੰ ਰਿਪਰੈਜ਼ੈਂਟ ਕਰ ਰਹੇ ਹਨ। ਤਾਂ ਆਓ ਗੱਲਬਾਤ ਕਰੀਏ ਇਸ ਆਪਣੇ ਅੰਮ੍ਰਿਤਸਰ ਸ਼ਹਿਰ ਦੀ ਸਾਂਭ ਸੰਭਾਲ ਬਾਰੇ ਇਹਨਾਂ ਦੋਨਾਂ ਮਹਿਮਾਨਾਂ ਦੇ ਨਾਲ। ਮੇਅਰ ਸਾਹਿਬ, ਕੁਝ ਸਮਾਂ ਪਹਿਲੇ 2018 ਦੇ ਵਿੱਚ ਤੁਹਾਨੂੰ ਇਹ ਸੇਵਾ ਮਿਲੀ ਇਸ ਸ਼ਹਿਰ ਦੀ ਐਜ਼ ਏ ਮੇਅਰ। ਉਸ ਤੋਂ ਬਾਅਦ ਉਦੋਂ ਕੀ ਹਾਲਾਤ ਸੀ ਅਤੇ ਅੱਜ ਕਿੰਨਾ ਕੁ ਤੁਸੀਂ ਸੰਤੁਸ਼ਟ ਮਹਿਸੂਸ ਕਰਦੇ ਹੋ ਵੀ ਮੈਂ ਕਾਰਪੋਰੇਸ਼ਨ ਉੱਥੇ ਲੈ ਕੇ ਆਇਆ, ਸ਼ਹਿਰ ਨੂੰ ਉੱਥੇ ਲੈ ਕੇ ਆਇਆ? ਦੇਖੋ, ਜਦੋਂ ਕਿਸੇ ਨੂੰ ਵੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀ ਜ਼ਿੰਮੇਵਾਰੀ ਸਾਡੇ 'ਤੇ ਪਈ ਹੈ ਜਾਂ ਜੋ ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ ਉਸ ਨੂੰ ਚੰਗੇ ਤਰੀਕੇ ਨਾਲ ਨਿਭਾਇਆ ਜਾ ਸਕੇ। ਸੋ ਬਹੁਤ ਸਾਰੇ ਚੈਲੰਜ ਸਾਡੇ ਸਾਹਮਣੇ ਸੀਗੇ, ਔਰ ਕੋਈ ਵੀ ਚੀਜ਼ ਜਦੋਂ ਨਵੀਂ ਤੁਸੀਂ ਸ਼ੁਰੂ ਕਰਦੇ ਹੋ ਜਾਂ ਤੁਹਾਨੂੰ ਨਵੀਂ ਵਾਗਡੋਰ ਮਿਲਦੀ ਹੈ ਤਾਂ ਉਹਦੇ 'ਚ ਮੁਸ਼ਕਲਾਂ ਵੀ ਬਹੁਤ ਆਉਂਦੀਆਂ ਨੇ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਸਾਰੇ ਹੀ ਜਿਹੜੇ ਸਾਡੇ ਕੌਂਸਲਰ ਸਾਥੀ, ਅਧਿਕਾਰੀ, ਕਰਮਚਾਰੀ, ਸਾਡੇ ਬਾਕੀ ਲੀਡਰ ਸਾਹਿਬਾਨ, ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਔਰ ਅਸੀਂ ਰਲ ਮਿਲ ਕੇ ਉਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕੀਤਾ। ਔਰ ਅੱਜ ਸ਼ਹਿਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਗੀ। ਕਾਰਪੋਰੇਸ਼ਨ ਆਪਣਾ ਰੋਲ ਜਿਹੜਾ ਵਾ ਉਸ ਨੂੰ ਬਹੁਤ ਬਖੂਬ ਤਰੀਕੇ ਨਾਲ ਨਿਭਾ ਰਹੀ ਹੈ ਔਰ ਮੈਨੂੰ ਅੱਜ ਕਿਸੇ ਵੀ ਕੋਈ ਚੀਜ਼ ਦੀ ਸਾਨੂੰ ਨਗਰ ਨਿਗਮ ਨੂੰ ਕੋਈ ਪਰੇਸ਼ਾਨੀ ਜਾਂ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ। ਇਹਦੇ 'ਚ ਮੈਂ ਇੱਕ ਕੁਐਸਚਨ ਪੁੱਛਣਾ ਜੀ। ਮੇਰੇ ਸਾਹਿਬ ਇਸੇ ਚੀਜ਼ ਨੂੰ ਮੈਂ ਲੈ ਕੇ, ਜਿਸ ਤਰ੍ਹਾਂ ਤੁਸੀਂ ਕਿ ਕੋਈ ਕਮੀ ਤੁਸੀਂ ਮਹਿਸੂਸ ਨਹੀਂ ਕਰ ਰਹੇ। ਮੈਨੂੰ ਤਕਰੀਬਨ 7-8 ਸਾਲ ਹੋ ਗਏ ਜੀ ਮੈਂ ਬਿਜ਼ਨਸ ਕਰ ਰਿਹਾ ਅਤੇ ਲੋਕਾਂ ਨਾਲ ਮਿਲਣਾ ਵੀ ਸਾਡਾ ਚੱਲਦਾ ਰਹਿੰਦਾ ਅਤੇ ਕਿਤੇ ਨਾ ਕਿਤੇ ਇੱਕ ਚੀਜ਼ ਇਹ ਬਹੁਤ ਨਿਕਲ ਕੇ ਆਉਂਦੀ ਹੈ ਕਿ ਕਾਰਪੋਰੇਸ਼ਨ ਕੋਲ ਪੈਸੇ ਹੈ ਨਹੀਂ, ਜਾਂ ਉੱਥੇ ਕੰਮ ਕਿੰਨੇ ਕਹਿਣਾ ਹੈ, ਦਿੱਕਤਾਂ ਹੋਣਗੀਆਂ ਜਾਂ ਫਾਈਨੈਂਸ਼ਲੀ ਵਾਈਬਲ ਨਹੀਂ ਹੈਗਾ, ਜਿਸ ਤਰ੍ਹਾਂ ਵੀ। ਅਤੇ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਥੋੜ੍ਹਾ ਇੱਥੇ ਚਾਨਣ ਪਾਓ ਕਿ ਫਾਈਨੈਂਸ਼ਲੀ ਕਿਸ ਤਰ੍ਹਾਂ ਚੱਲ ਰਿਹਾ ਕਾਰਪੋਰੇਸ਼ਨ ਦੇ ਵਿੱਚ। ਦੇਖੋ, ਜਿਹੜੀ ਜੋ ਪਰਸੈਪਸ਼ਨ ਬਣ ਜਾਂਦੀ ਹੈ ਉਸ ਨੂੰ ਚੇਂਜ ਕਰਦਿਆਂ ਬਹੁਤ ਟਾਈਮ ਲੱਗ ਜਾਂਦਾ। ਇਹ ਹੋ ਸਕਦਾ ਕਿ ਪਹਿਲਾਂ ਨਗਰ ਨਿਗਮ ਨੂੰ ਮੁਸ਼ਕਿਲ ਆਉਂਦੀ ਹੋਵੇ ਪੈਸਿਆਂ ਦੀ, ਔਰ ਨਗਰ ਨਿਗਮ ਨੇ ਕਦੇ ਵੀ ਮੇਜਰ ਪ੍ਰੋਜੈਕਟ ਡਿਵੈਲਪਮੈਂਟ ਦੇ ਨਹੀਂ ਕੀਤੇ। ਨਗਰ ਨਿਗਮ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਸਾਰੀ ਜਿੰਨੀ ਵੀ ਮੇਨਟੇਨੈਂਸ, ਸੀਵਰੇਜ ਪ੍ਰੋਪਰ ਚੱਲੇ, ਪਾਣੀ ਲੋਕਾਂ ਨੂੰ ਪ੍ਰੋਪਰ ਟਿਊਬਵੈੱਲ ਵਗੈਰਾ ਚੱਲ ਰਹੇ ਨੇ, ਪਾਣੀ ਮਿਲ ਰਿਹਾ, ਡਿਸਪੋਜ਼ਲ ਚੱਲ ਰਹੀਆਂ, ਸਾਰੀਆਂ ਸੜਕਾਂ ਦੀ ਰਿਪੇਅਰ, ਗਲੀਆਂ, ਸਟਰੀਟ ਲਾਈਟ, ਇਹ ਸਾਰੀਆਂ ਲੋਕਾਂ ਦੀ ਕਾਰਪੋਰੇਸ਼ਨ ਤੋਂ ਤਵੱਕੋ ਹੁੰਦੀ ਹੈ। ਕਾਰਪੋਰੇਸ਼ਨ ਤੋਂ ਕਦੀ ਵੀ ਨਹੀਂ ਇਹ ਆਸ ਲਾਈ ਗਈ ਕਿ ਕਾਰਪੋਰੇਸ਼ਨ ਵੱਡੇ ਪ੍ਰੋਜੈਕਟ ਲੈ ਕੇ ਆਵੇ, ਵੱਡੀਆਂ ਡਿਵੈਲਪਮੈਂਟ ਕਰੇ। ਪਰ ਇਹ ਗੱਲ ਸੱਚਾਈ ਹੈ, ਕਿਉਂਕਿ ਜਦੋਂ ਵੀ ਕੋਈ ਸਰਕਾਰ ਬਣਦੀ, ਜਦੋਂ ਵੀ ਕੋਈ ਨਵੀਂ ਆਰਗੇਨਾਈਜੇਸ਼ਨ ਟੇਕ ਓਵਰ ਕਰਦੀ ਹੈ, ਉਸ ਤੋਂ ਬਾਅਦ ਇੱਕ ਗੱਲ ਜ਼ਰੂਰ ਆਪਾਂ ਨੂੰ ਸੁਣਨ 'ਚ ਆਉਂਦੀ ਹੈ ਕਿ ਖਜ਼ਾਨਾ ਖਾਲੀ, ਪੈਸੇ ਹੈ ਨਹੀਂ। ਇਹ ਸਾਡੇ ਵਾਰੀ ਵੀ ਇੱਦਾਂ ਹੋਇਆ ਸੀਗਾ। ਪਰ ਮੈਂ ਉਦੋਂ ਵੀ ਜਿਹੜੀਆਂ ਇੰਟਰਵਿਊ ਦਿੱਤੀਆਂ ਸੀ, ਮੈਨੂੰ ਯਾਦ ਹੈ ਉਦੋਂ ਦੈਨਿਕ ਸਵੇਰਾ ਨਾਲ ਮੇਰੀ ਇੰਟਰਵਿਊ ਹੋਈ ਸੀ ਔਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀਗੀ ਕਿ ਨੋ ਡਾਊਟ ਕਿ ਖਜ਼ਾਨਾ ਖਾਲੀ ਹੈ, ਪਰ ਇਸ ਚੀਜ਼ ਨੂੰ ਅਸੀਂ ਬਹਾਨਾ ਨਹੀਂ ਬਣਾਵਾਂਗੇ। ਖਜ਼ਾਨੇ ਨੂੰ ਭਰਨਾ, ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦੂਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸ਼ਹਿਰ ਦੀ 15 ਲੱਖ ਆਬਾਦੀ ਨੇ ਸਾਡੇ 'ਤੇ ਵਿਸ਼ਵਾਸ ਕਰਕੇ ਇਸ ਸ਼ਹਿਰ ਦੀ ਵਾਗਡੋਰ ਸਾਡੇ ਹੱਥ ਫੜਾਈ ਹੈ। ਸੋ ਉੱਤੋਂ ਗੁਰੂ ਰਾਮਦਾਸ ਜੀ ਦਾ ਇਹ ਨਗਰੀ ਹੈ ਔਰ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਖੁਸ਼ੀ ਹੈ ਕਿ ਜਿੱਦਣ ਅੱਜ ਸਾਨੂੰ ਕਿਸੇ ਫੰਡਾਂ ਦੀ ਕੋਈ ਘਾਟ ਨਹੀਂ ਆਈ। ਪਰ ਜਿੱਦਣ ਅਸੀਂ ਟੇਕ ਓਵਰ ਕੀਤਾ ਸੀ ਉਦੋਂ ਕੋਈ ਸਾਡੀ ਕਾਰਪੋਰੇਸ਼ਨ ਦੀ ਪਰਸੈਪਸ਼ਨ ਇੰਨੀ ਕੁ ਮਾੜੀ ਹੋ ਚੁੱਕੀ ਸੀਗੀ ਕਿ ਕੋਈ ਠੇਕੇਦਾਰ 5000 ਰੁਪਏ ਦਾ ਕੰਮ ਵੀ ਕਾਰਪੋਰੇਸ਼ਨ ਦਾ ਕਰਨ ਨੂੰ ਤਿਆਰ ਨਹੀਂ ਸੀ। ਉਹਨਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਸੀਗਾ ਕਿ ਨਗਰ ਨਿਗਮ ਤੋਂ ਸਾਨੂੰ ਪੇਮੈਂਟਸ ਵੀ ਮਿਲੂਗੀ ਕਦੀ। ਪਰ ਅੱਜ ਹਾਲਾਤ ਇਹ ਨੇ ਕਿ ਅੱਜ ਸੈਂਕੜੇ ਕਰੋੜਾਂ ਰੁਪਏ ਦੇ ਕੰਮ ਜਿਹੜੇ ਨੇ ਉਹ ਨਗਰ ਨਿਗਮ ਕਰਵਾ ਚੁੱਕਾ ਔਰ ਅੱਜ ਲਗਾਤਾਰ ਸਾਡੇ ਕੰਮ ਚੱਲ ਰਹੇ ਨੇ। ਸੋ ਉਹਦੇ ਲਈ ਸਾਡੇ ਸਾਰੇ ਹੀ ਅਧਿਕਾਰੀ, ਕਰਮਚਾਰੀਆਂ ਨੇ ਬੜੇ ਵਧੀਆ ਤਰੀਕੇ ਨਾਲ ਸਾਡਾ ਸਾਥ ਦਿੱਤਾ ਔਰ ਉਹਦੇ 'ਚ ਕੋਈ ਇਹ ਨਹੀਂ ਕਿ ਬਹੁਤ ਸਪੈਸ਼ਲ ਸਾਨੂੰ ਫੰਡਸ ਆਏ ਨੇ। ਉਹਦੇ 'ਚ ਸਾਡੇ ਕਾਰਪੋਰੇਸ਼ਨ ਦੇ ਸਾਰੇ ਮੁਲਾਜ਼ਮਾਂ ਨੇ, ਅਧਿਕਾਰੀਆਂ ਨੇ ਕੋਸ਼ਿਸ਼ ਕੀਤੀ ਹੈ ਰੈਵਨਿਊ ਇਕੱਠਾ ਕਰਨ ਦੀ। ਉਸ ਤੋਂ ਇਲਾਵਾ ਬਹੁਤ ਸਾਰੇ ਜਿੱਥੇ ਕਿਤੇ ਕੋਈ ਲੂਪ ਹੋਲ ਸੀਗੇ ਜਾਂ ਜਿੱਥੇ ਕੋਈ ਪੈਸਾ ਡਰੇਨ ਆਊਟ ਹੋ ਰਿਹਾ ਸੀ, ਕੋਈ ਇੱਦਾਂ ਦੀਆਂ ਕਮੀਆਂ ਪੇਸ਼ੀਆਂ ਸੀ, ਉਹਨਾਂ ਨੂੰ ਪਲੱਗ ਕੀਤਾ। ਉਹ ਸਾਰਾ ਕੁਛ ਕਰਨ ਤੋਂ ਬਾਅਦ ਅੱਜ ਕਾਰਪੋਰੇਸ਼ਨ ਆਪਣੇ ਪੈਰਾਂ 'ਤੇ ਖਲੋਤੀ ਹੈ ਔਰ ਸਾਡੇ ਕੋਲ ਸਰਪਲਸ ਪੈਸਾ। ਤੁਸੀਂ ਵੇਖਿਆ, ਤੁਸੀਂ ਕਿਸੇ ਵੀ ਅੱਜ ਕੰਟਰੈਕਟਰ ਨੂੰ ਪੁੱਛ ਲਓ, ਅਸੀਂ ਇੱਥੇ ਨਹੀਂ ਤਾਂ 24 ਮਹੀਨੇ 2-2 ਸਾਲ ਲੋਕਾਂ ਦੀ ਪੇਮੈਂਟ ਨਹੀਂ ਸੀ ਮਿਲਦੀ ਔਰ ਕੋਈ ਕੰਮ ਵੀ ਨਹੀਂ ਸੀ ਕਰਦਾ। ਉਹ ਸਾਰੇ ਉਧਾਰ 'ਤੇ ਕੰਮ ਹੁੰਦੇ ਸੀ ਔਰ ਬੜੇ ਸਬ ਸਟੈਂਡਰਡ ਕੰਮ ਹੁੰਦੇ ਸੀ।
ਅੱਜ ਮੈਨੂੰ ਇਤਿਹਾਸ ਆ ਜਦੋਂ ਦੀ ਕਾਰਪੋਰੇਸ਼ਨ ਬਣੀ ਹੈ ਕਿ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਕਿ ਨਗਰ ਨਿਗਮ ਜਿਹੜੇ ਮਿਊਨਿਸਪਲ ਫੰਡ ਦੇ ਵਿੱਚੋਂ ਅੱਜ ਬਿਲਕੁਲ ਕੋਈ ਵੀ ਜਦੋਂ ਬਿੱਲ ਤਿਆਰ ਹੁੰਦਾ ਇਮੀਡੀਏਟਲੀ ਉਹਦੀ ਪੇਮੈਂਟ ਹੋ ਰਹੀ ਹੈ। ਅੱਜ ਸਾਨੂੰ ਕੋਈ ਨਗਰ ਨਿਗਮ ਨੂੰ ਕੋਈ ਪੈਸੇ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਗੀ, ਔਰ ਇਹ ਅਸੀਂ ਲੋਕਾਂ ਨੂੰ ਵੀ ਕਹਿ ਚੁੱਕੇ ਅੱਜ ਤੱਕ। ਤੁਸੀਂ ਵੀ ਬੜੇ ਕੰਮ ਦੱਸੇ, ਤੁਸੀਂ ਇਹ ਨਹੀਂ ਕਦੀ ਸਾਡੇ ਮੂੰਹੋਂ ਸੁਣਿਆ ਹੋਏਗਾ ਕਿ ਅਜੇ ਪੈਸੇ ਹੈ ਨਹੀਂ। ਹੁਣ ਤੇ ਜਿਹੜਾ ਸਾਨੂੰ ਕੋਈ ਕੰਮ ਦੱਸਦਾ ਵਾ ਅਸੀਂ ਰਾਤ ਤੋਂ ਦਿਨ ਨਹੀਂ ਚੜ੍ਹਨ ਦਿੰਦੇ, ਸਾਡੀ ਕੋਸ਼ਿਸ਼ ਹੁੰਦੀ ਕਿ ਉਹ ਕੰਮ ਹੋ ਜੇ, ਪਰ ਉਹਦੇ ਲਈ ਥੋੜ੍ਹਾ ਜਿਹੜਾ ਇੱਕ ਲੀਗਲ ਪ੍ਰੋਸੈਸ ਫੋਲੋ ਕਰਨਾ ਪੈਂਦਾ, ਟੈਕਨੀਕਲ ਪ੍ਰੋਸੈਸ ਫੋਲੋ ਕਰਨਾ ਪੈਂਦਾ, ਉਹਦੇ 'ਚ ਜ਼ਰੂਰ ਟਾਈਮ ਲੱਗਦਾ ਟੈਂਡਰਿੰਗ ਪ੍ਰਕਿਰਿਆ ਜਾਂ ਹੋਰਾਂ 'ਚ। ਬਾਕੀ ਪੈਸੇ ਪੱਖੋਂ ਅੱਜ ਸਾਡੇ ਸਾਰੇ ਜਿਹੜੇ ਠੇਕੇਦਾਰ ਸਾਹਿਬਾਨ ਜਾਂ ਸਾਡੇ ਅਫਸਰਾਂ ਨੂੰ ਪਤਾ, ਹੁਣ ਸ਼ਹਿਰ 'ਚ ਇੱਕ ਪਰਸੈਪਸ਼ਨ ਬਣ ਗਈ ਹੈ। ਇਸ ਤੋਂ ਇਲਾਵਾ ਵੱਡੇ ਪ੍ਰੋਜੈਕਟ ਵੀ ਕਾਰਪੋਰੇਸ਼ਨ ਨੇ ਸ਼ੁਰੂ ਕੀਤੇ ਆ ਹੁਣ, ਜਿੱਦਾਂ ਦੁਰਗਿਆਨਾ ਮੰਦਿਰ ਸਾਡੇ ਬਹੁਤ ਇੱਕ ਵਿਸ਼ਵ ਪ੍ਰਸਿੱਧ ਮੰਦਿਰ ਨੇ, ਉੱਥੇ ਅਸੀਂ ਹੈਰੀਟੇਜ ਵਾਕ ਜਿਹੜੀ ਬਣਾਉਣ ਦੀ, ਜਿਸ ਤਰ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਇੱਕ ਵਿਰਾਸਤੀ ਮਾਰਗ ਬਣਿਆ, ਉਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਦੁਰਗਿਆਨਾ ਮੰਦਿਰ ਜਿਹੜਾ ਨਿਗਲੈਕਟ ਹੋ ਚੁੱਕਾ ਸੀਗਾ, ਅੱਜ ਉਹਦੀ ਵੀ ਅਸੀਂ ਇੱਕ ਜਿਹੜਾ ਵਿਰਾਸਤੀ ਮਾਰਗ ਉਹ ਬਣਾ ਰਹੇ ਹਾਂ, ਔਰ ਬੜਾ ਕੰਮ ਉਹ ਵਾਰ ਲੈਵਲ 'ਤੇ ਚੱਲ ਰਿਹਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਕਾਰਪੋਰੇਸ਼ਨ ਨੇ ਉਹ ਲਿਖੇ ਨੇ ਔਰ ਚੱਲ ਰਹੇ ਨੇ, ਔਰ ਸਮੇਂ-ਸਮੇਂ 'ਤੇ ਹੋਰ ਜਿਹੜੇ ਸਾਨੂੰ ਕੋਈ ਕੰਮ ਸਾਡੇ ਧਿਆਨ 'ਚ ਆਉਣਗੇ ਅਸੀਂ ਕਰਾਂਗੇ। ਮੇਰ ਸਾਹਿਬ, ਸਰ ਰੈਵਨਿਊ ਦੀ ਗੱਲ ਕਰੀਏ, ਤੁਸੀਂ ਕਿਹਾ ਵੀ ਰੈਵਨਿਊ ਇਕੱਠਾ ਹੋ ਰਿਹਾ, ਸਟਾਫ ਲੱਗਾ ਹੋਇਆ, ਕੁਛ ਲੋਕ ਕਾफ़ी परसेंटेज ਉਹ ਲੋਕ ਹੋਏਗੀ, ਕਈਆਂ ਦਾ ਹਾਊਸ ਟੈਕਸ ਬਕਾਇਆ, ਪ੍ਰੋਪਰਟੀ ਟੈਕਸ ਬਕਾਇਆ, ਪਾਣੀ ਦੇ ਬਿੱਲ ਬਕਾਇਆ। ਕੀ ਮਹਿਸੂਸ ਕਰਦੇ ਹੋ ਜੇ ਉਹ ਵੀ ਰੈਵਨਿਊ ਆਏ ਤਾਂ ਫਿਰ ਨਗਰ ਨਿਗਮ ਦੀ ਆਊਟਪੁੱਟ ਹੋਰ ਪਰਫਾਰਮੈਂਸ ਹੋਰ ਬੈਟਰ ਹੋ ਸਕਦੀ? ਉਹਨਾਂ ਲੋਕਾਂ ਨੂੰ ਸਾਡੇ ਪ੍ਰੋਗਰਾਮ ਰਾਹੀਂ ਕੀ ਸੁਨੇਹਾ? ਦੇਖੋ, ਮੈਂ ਇਹੀ ਕਹਾਂਗਾ ਕਿ ਬਹੁਤ ਸਾਰੇ ਜਿਹੜੇ ਲੋਕ ਇਕਨੋਮਿਕਲੀ ਵੀਕਰ ਸੈਕਸ਼ਨ ਆ, ਸਾਡੀ ਸਰਕਾਰ ਨੇ ਪਹਿਲਾਂ ਹੀ ਉਹਨਾਂ ਦਾ ਪਾਣੀ ਦੇ ਸੀਵਰੇਜ ਦੇ ਬਿੱਲ ਮਾਫ ਕਰ ਰੱਖੇ ਆ। ਜਿਹੜੇ ਹੈਗੇ ਵੀ ਨੇ ਉਹ ਬਹੁਤ ਹੀ ਨੋਮੀਨਲ ਜੇ ਬਿੱਲ ਨੇ, ਔਰ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਅਸੀਂ ਲਗਭਗ ਕੋਈ 400 ਟਿਊਬਵੈੱਲ ਚਲਾ ਰਹੇ ਹਾਂ, ਕੋਈ 2000 ਕਿਲੋਮੀਟਰ ਦੇ ਕਰੀਬ ਪਾਣੀ ਦੀ ਵਾਟਰ ਸਪਲਾਈ ਦੀ ਲਾਈਨ ਹੈ, ਇੰਨੀ 1700-1800 ਕਿਲੋਮੀਟਰ ਇਸ ਸ਼ਹਿਰ ਦੇ ਵਿੱਚ ਸੀਵਰੇਜ ਦੀ ਲਾਈਨ ਹੈ, ਜਿਸ ਨੂੰ ਇੰਟੈਕਟ ਰੱਖਣਾ, ਚਾਲੂ ਹਾਲਤ 'ਚ ਰੱਖਣਾ, ਡਿਸਪੋਜ਼ਲਾਂ ਚਲਾਉਣੀਆਂ, ਉਹਦੇ ਲਈ ਬਿਜਲੀ ਦੇ ਖਰਚੇ, ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਖਰਚਾ ਹੁੰਦਾ। ਜੇ ਤੁਸੀਂ ਜਿਹੜੇ ਨੋਮੀਨਲ ਜੇ ਬਿੱਲ ਤੁਹਾਨੂੰ ਲੱਗੇ ਨੇ, ਜੇ ਤੁਸੀਂ ਸਾਨੂੰ ਇਹ ਟਾਈਮਲੀ ਦਿੰਦੇ ਹੋ ਔਰ ਤੁਹਾਨੂੰ ਇਹ ਵਧੀਆ ਸਰਵਿਸ ਦੇਣ ਦੇ ਵਿੱਚ ਸਾਡਾ ਵੀ ਵਿਸ਼ਵਾਸ ਬਣ ਜਾਂਦਾ, ਔਰ ਅਸੀਂ ਸક્ષਮ ਹੋ ਜਾਂਦੇ ਕਿ ਅਸੀਂ ਤੁਹਾਨੂੰ ਚੰਗੀਆਂ ਸਰਵਿਸਿਜ਼ ਦੇ ਸਕੀਏ। ਸੋ ਇਹ ਸ਼ਹਿਰ ਦੀ ਜਾਂ ਭਲਾਈ ਵਾਸਤੇ ਜਾਂ ਸ਼ਹਿਰੀ ਆਪਣੀ ਭਲਾਈ ਵਾਸਤੇ ਇਹ ਨੋਮੀਨਲ ਜਿਹੜੇ ਬਿੱਲ ਨੇ ਉਹ ਜ਼ਰੂਰ ਪੇ ਕਰਨ। ਉਹਦੇ ਨਾਲ ਸਾਨੂੰ ਨਗਰ ਨਿਗਮ ਨੂੰ ਬਹੁਤ ਵੱਡਾ ਇੱਕ ਫਾਈਨੈਂਸ਼ੀਅਲ ਸਪੋਰਟ ਮਿਲਦੀ ਹੈ, ਇੱਕ ਹੌਸਲਾ ਮਿਲਦਾ। ਅਸੀਂ ਲੋਕਾਂ ਦੀ ਸੇਵਾ ਉਨੀ ਹੀ ਤਹਿ ਦਿਲੋਂ ਕਰ ਸਕਦੇ ਹਾਂ, ਔਰ ਸਾਡੇ ਕੋਲ ਜਦੋਂ ਸਫੀਸ਼ੀਐਂਟ ਫੰਡਸ ਹੋਣਗੇ ਉਨੀਆਂ ਹੀ ਅਸੀਂ ਤੁਹਾਡੀਆਂ ਜਿਹੜੀਆਂ ਫੈਸਿਲਿਟੀਜ਼ ਨੇ ਉਹਨਾਂ ਨੂੰ ਇੰਪਰੂਵ ਕਰ ਸਕਦੇ ਹਾਂ, ਸਰਵਿਸਿਜ਼ ਇੰਪਰੂਵ ਕਰ ਸਕਦੇ ਹਾਂ। ਸੋ ਮੇਰੀ ਅਪੀਲ ਆ ਇਸ ਦੇ ਨਾਲ ਨਾਲ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਪ੍ਰੋਪਰਟੀ ਟੈਕਸ ਹੈ ਉਹ ਵੀ ਛੋਟੇ ਘਰਾਂ ਦਾ ਬਿਲਕੁਲ ਮਾਫ ਹੈ, ਔਰ ਦੂਜਿਆਂ ਦੇ ਉੱਤੇ ਵੀ ਬਹੁਤ ਨੋਮੀਨਲ ਹੈ। ਜੇ ਤੁਸੀਂ ਐਵਰੇਜ ਵੇਖੋ ਤਾਂ ਐਵਰੇਜ 500-600 ਰੁਪਇਆ ਸਾਰੇ ਸਾਲ ਦਾ ਟੈਕਸ ਬਣਦਾ, ਔਰ 500-600 ਰੁਪਇਆ ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੀ। ਸੋ ਮੇਰੀ ਇਹੀ ਅਪੀਲ ਹੈ ਕਿ ਤੁਸੀਂ ਸਾਰੇ ਜਿਹੜੇ ਆਪਣੇ ਟੈਕਸ ਨੇ, ਇਹ ਟੈਕਸ ਐਵੇਂ ਨਾ ਹੀ ਹਵਾ ਹੀ ਆ, ਬਾਕੀ ਨੋਮੀਨਲ ਜੇ ਇੱਕ ਤੁਹਾਡੀ ਜੋ ਵੀ ਤਿਲਫੁਲ ਹੈ ਇਹ ਦੇਣੇ ਸ਼ੁਰੂ ਕਰੋ। ਇਹਦੇ ਨਾਲ ਇੱਕ ਨਗਰ ਨਿਗਮ ਨੂੰ ਬਹੁਤ ਵੱਡੀ ਇੱਕ ਫਾਈਨੈਂਸ਼ੀਅਲ ਸਪੋਰਟ ਮਿਲਦੀ, ਔਰ ਉਹਦੇ ਨਾਲ ਅਸੀਂ ਤੁਹਾਨੂੰ ਬੈਟਰ ਸਰਵਿਸਿਜ਼ ਜਿਹੜੀਆਂ ਉਹ ਦੇ ਸਕਦੇ ਹਾਂ ਜੀ। ਸੁਖਮਨ ਜੀ, ਸਵੱਛਤਾ ਦੀ ਗੱਲ ਕਰੀਏ, ਨਗਰ ਨਿਗਮ ਵੱਲੋਂ ਐਪ ਵੀ ਬਣਾਈ ਗਈ ਹੈ, 2-4 ਵਾਰੀ ਤੁਸੀਂ ਵੀ ਟਰਾਈ ਕੀਤੀ, ਮੈਂ ਵੀ ਟਰਾਈ ਕੀਤੀ, ਬਹੁਤ ਕੁਇਕ ਉਹਦਾ ਰਿਐਕਸ਼ਨ ਹੁੰਦਾ, ਔਰ ਤੁਹਾਡੀ YGPT ਅਤੇ ਹੋਰ ਵੀ ਸੰਸਥਾਵਾਂ ਨਗਰ ਨਿਗਮ ਨੇ ਇਨਵੋਲਵ ਕੀਤੀਆਂ ਸ਼ਹਿਰ ਦੀ ਸਫਾਈ ਦੇ ਵਿੱਚ, ਹੋਰ ਕੰਮਾਂ ਦੇ ਵਿੱਚ, ਤਾਂ ਕਿ ਸ਼ਹਿਰ ਸਾਫ਼ ਸੁਥਰਾ ਲੱਗੇ। ਇਸ ਉਪਰਾਲੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹ ਤਾਂ ਸਭ ਤੋਂ ਪਹਿਲਾਂ ਬਹੁਤ ਵਧੀਆ ਚੀਜ਼ ਹੈ ਕਿ ਲੋਕਾਂ ਨੂੰ ਤੁਸੀਂ ਵੈਪਨ ਦੇ ਰਹੇ ਹੋ। ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਮੈਂ ਕਿੱਥੇ, ਜੇ ਇੱਥੇ ਕੋਈ ਦਿੱਕਤ ਹੈਗੀ, ਘਰ ਦੇ ਬਾਹਰ ਮੇਰੇ ਕੂੜਾ ਪਿਆ ਜਾਂ ਗਲੀ ਦੇ ਬਾਹਰ ਕਿਤੇ ਕੂੜਾ ਪਿਆ, ਤੁਸੀਂ ਲੰਘਦੇ ਟੱਪਦੇ ਤੁਹਾਨੂੰ ਕਿਤੇ ਵੀ ਕੂੜਾ ਲੱਭਦਾ, ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਕਹਿ ਕਿਹਨੂੰ ਸਕਦਾ। ਇਸ ਵੇਲੇ ਤੇ ਕਿੰਨੀ ਵਧੀਆ ਚੀਜ਼ ਹੈਗੀ ਕਿ ਇੱਕ ਐਪਲੀਕੇਸ਼ਨ ਹੈਗੀ ਹੈ, ਸਵੱਛਤਾ ਐਪਲੀਕੇਸ਼ਨ ਹੈਗੀ ਹੈ, ਅਤੇ ਇਹ ਨੈਸ਼ਨਲ ਲੈਵਲ 'ਤੇ ਵਰਕ ਕਰਦੀ ਹੈ। ਤੁਸੀਂ ਆਟੋਮੈਟਿਕਲੀ ਉੱਤੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਬਹੁਤ ਸਿੰਪਲ ਹੈ, ਤੁਸੀਂ ਜਿੱਥੇ ਵੀ ਜਾਂਦੇ ਹੋ ਪੋਸਟ ਕੰਪਲੀਟ ਨੂੰ ਤੁਸੀਂ ਕਲਿੱਕ ਕਰੋ, ਤੁਸੀਂ ਪਿਕਚਰ ਕਲਿੱਕ ਕਰੋ, ਲੈਂਡਮਾਰਕ ਲੋਕੇਸ਼ਨ ਉੱਧਰੋਂ ਆ ਜਾਂਦੀ ਹੈ, ਅਤੇ ਜਿਹੜਾ ਉੱਧਰ ਦਾ ਨੀਅਰੈਸਟ SI ਹੈਗਾ, ਸੈਨੀਟਰੀ ਇੰਸਪੈਕਟਰ ਹੈਗਾ, ਉਹ ਆਟੋਮੈਟਿਕਲੀ ਉਹਨੂੰ ਉਹ ਕੰਪਲੇਂਟ ਚੱਲ ਜਾਂਦੀ ਹੈ। ਅਤੇ ਜਿੰਨਾ ਕੁ ਮੈਂ ਟਰਾਈ ਕੀਤਾ 24 ਆਵਰਸ ਦੇ ਵਿੱਚ
ਉਹ ਕੰਪਲੇਂਟ ਸੋਲਵ ਕੀਤੀ ਜਾਂਦੀ ਹੈ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਇਹਦੇ ਦੇਖਣ ਵਾਲੀ ਹੈ ਕਿ ਸਾਡੀ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਉਹ ਆਪਣੇ ਆਪ ਇਸ ਚੀਜ਼ ਨੂੰ ਪ੍ਰਮੋਟ ਕਰ ਰਹੀ ਹੈ ਕਿ ਕਿਤੇ ਕੂੜਾ ਪਿਆ ਤੇ ਸਾਨੂੰ ਦੱਸੋ। ਇਹ ਨਹੀਂ ਕਿ ਕੋਈ ਚੁੱਕਣਾ ਨਹੀਂ ਚਾਹ ਰਿਹਾ ਜਾਂ ਕੋਈ ਕੰਮ ਨਹੀਂ ਕਰਨਾ ਚਾਹ ਰਿਹਾ। ਇਹ ਦੇਖ ਕੇ ਤੇ ਤੁਸੀਂ ਇਨਫੈਕਟ ਆਪਾਂ ਜਦੋਂ ਮੇਅਰ ਸਾਹਿਬ ਨੂੰ ਰਿਕੁਐਸਟ ਵੀ ਕੀਤੀ ਸੀ, ਸਾਡੀ ਜਿਹੜੀ NGO ਹੈਗੀ ਹੈ YGPT, ਉਹਦੇ ਵੋਲੰਟੀਅਰਸ ਨੂੰ ਵੀ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਕਿ ਇਹ ਵੀ ਜੇ ਕਿਤੇ ਆਪ ਆਪਣੇ ਲੈਵਲ 'ਤੇ ਕਿਤੇ ਜਾ ਕੇ ਦੱਸਣਾ ਚਾਹਣ ਕਿ ਕੂੜੇ ਨੂੰ ਗਿੱਲਾ ਕੂੜਾ ਸੁੱਕਾ ਕੂੜਾ ਕਿਸ ਤਰ੍ਹਾਂ ਸੈਗਰੀਗੇਟ ਕਰਕੇ ਇਹਨੂੰ ਡਿਸਪੋਜ਼ ਆਫ ਕੀਤਾ ਜਾ ਸਕਦਾ, ਤੇ ਉਹ ਵੀ ਸਾਨੂੰ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੋਈ ਹੈ ਜੀ। ਜੀ, ਨਗਰ ਨਿਗਮ ਅੰਮ੍ਰਿਤਸਰ ਆਪਣਾ ਕੰਮ ਕਰ ਰਿਹਾ ਹੈ, ਪਰ ਗੱਲ ਤਾਂ ਹੀ ਬਣਦੀ ਹੈ ਜਦੋਂ ਲੋਕ ਅਤੇ ਜਿਹੜੀਆਂ NGO ਸੋਸ਼ਲ ਆਰਗੇਨਾਈਜੇਸ਼ਨ ਹਨ ਸ਼ਹਿਰ ਦੇ ਵਿੱਚ, ਉਹ ਵੀ ਆਪਣਾ ਇੱਕ ਰੋਲ ਅਦਾ ਕਰਨ। ਮੇਅਰ ਸਾਹਿਬ, ਸਵੱਛਤਾ ਦੇ ਵਿੱਚ ਤੁਸੀਂ ਵੀ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ, ਕਮਿਸ਼ਨਰ ਮੈਡਮ ਤੁਸੀਂ ਥਾਵਾਂ 'ਤੇ ਬਹੁਤ ਸਾਰੀਆਂ ਵਾਰਡਾਂ ਆਪ ਗਏ, ਕੀ ਮਹਿਸੂਸ ਕਰਦੇ ਹੋ ਵੀ ਕਿੰਨਾ ਕੁ ਜਾਗਰੂਕ ਹੋਏ ਲੋਕ? ਕਿਉਂਕਿ ਹੁਣ ਦੇਖਣ ਜਾਂਦਾ ਹੈ ਵੀ ਜਿਹੜਾ ਇੱਕ ਪੁਰਾਣਾ ਕੰਸੈਪਟ ਸੀ ਨਾ, ਘਰ ਦੇ ਬਾਹਰ ਆ ਕੇ ਲਿਫਾਫਾ ਘੁਮਾ ਕੇ ਕੂੜਾ ਸੁੱਟਣ ਵਾਲਾ, ਮੇਰਾ ਖਿਆਲ ਸੁਖਮ ਜੀ ਵੀ ਐਗਰੀ ਕਰਨਗੇ, ਉਹਦੇ ਬਾਰੇ ਲੋਕੀ ਕਾਫੀ ਅਵੇਅਰ ਹੋਏ ਹਨ। ਤੁਸੀਂ ਕਿੰਨਾ ਸੈਟਿਸਫਾਈ ਹੋ? ਦੇਖੋ, ਮੈਂ ਇੱਕ ਗੱਲ ਕਰਾਂਗਾ ਕਿ ਤੁਸੀਂ ਕੋਈ ਵੀ ਇੱਕ ਹੱਥ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹ ਉਸ ਐਫੀਸ਼ੀਐਂਸੀ ਨਾਲ ਉਹ ਕੰਮ ਨਹੀਂ ਹੁੰਦਾ। ਕੋਈ ਵੀ ਚੀਜ਼ ਆ ਉਹ ਉਦੋਂ ਹੀ ਤਰੀਕੇ ਦੇ ਨਾਲ ਉਹ ਕੰਮ ਨੇਪਰੇ ਚੜ੍ਹ ਸਕਦਾ ਜਦੋਂ ਉਸ ਨੂੰ ਦੋਵਾਂ ਹੱਥਾਂ ਨਾਲ ਹੈਂਡਲ ਕੀਤਾ ਜਾਵੇ। ਦੋਵਾਂ ਹੱਥਾਂ ਦਾ ਮਤਲਬ ਮੇਰਾ ਇਹ ਹੈ ਕਿ ਜਦ ਲੋਕੀ ਔਰ ਨਗਰ ਨਿਗਮ ਮਿਲ ਕੇ ਇਸ ਚੀਜ਼ ਨੂੰ ਇਹ ਸੋਚਣਗੇ ਕਿ ਸਾਡਾ ਆਪਣਾ ਸ਼ਹਿਰ ਅਸੀਂ ਸਾਫ਼ ਕਰਨਾ, ਤੇ ਬਹੁਤ ਜਿਹੜੇ ਸਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਣਗੇ। ਸੋ ਹੁਣ ਉਹਦੇ 'ਚ ਅਸੀਂ ਕੋਸ਼ਿਸ਼ ਕੀਤੀ ਇੱਕ ਤਾਲਮੇਲ ਬਣਾਉਣ ਦੀ ਕਿ ਨਗਰ ਨਿਗਮ ਤੇ ਜਿਹੜੇ ਸਿਟੀਜ਼ਨਸ ਨੇ ਉਹ ਮਿਲ ਕੇ ਜਿਹੜੀਆਂ ਵੀ ਇਹ ਪ੍ਰੋਬਲਮਸ ਨੇ ਉਹਨਾਂ ਨੂੰ ਓਵਰਕਮ ਕਰਨ। ਉਹਦੇ ਲਈ ਅਸੀਂ ਪ੍ਰੋਗਰਾਮ ਲੈ ਕੇ ਚੱਲੇ ਹਾਂ, ਲੋਕਾਂ ਦੇ ਵਿੱਚ ਗਏ ਹਾਂ, ਲੋਕਾਂ ਨੂੰ ਜਾਗਰੂਕ ਕੀਤਾ। ਲੋਕਾਂ ਤੋਂ ਸਾਨੂੰ ਫੀਡਬੈਕ ਆਈ, ਕਾਰਪੋਰੇਸ਼ਨ ਦੀਆਂ ਕਮੀਆਂ ਪੇਸ਼ੀਆਂ ਦਾ ਪਤਾ ਲੱਗਾ ਕਿ ਸਾਡੇ ਡਿਪਾਰਟਮੈਂਟ ਦੀਆਂ ਕੀ ਕਮੀਆਂ ਨੇ, ਸਾਡੇ ਇਹ ਹੈਲਥ ਡਿਪਾਰਟਮੈਂਟ ਦੀਆਂ ਕੀ ਕਮੀਆਂ ਨੇ, ਅਸੀਂ ਉਹਨਾਂ ਨੂੰ ਠੀਕ ਕੀਤਾ। ਲੋਕਾਂ ਦੀਆਂ ਕੀ ਸਾਡੇ ਤੋਂ ਐਕਸਪੈਕਟੇਸ਼ਨ ਨੇ ਉਹ ਪਤਾ ਲੱਗਾ। ਉਹ ਸਾਰੀਆਂ ਦੇ ਉੱਤੇ ਅਸੀਂ ਰਲ ਕੇ ਕੰਮ ਕਰਨਾ ਸ਼ੁਰੂ ਕੀਤਾ। ਇਹਦੇ ਵਿੱਚ ਹੁਣ ਮੈਂ ਕਹਾਂਗਾ ਕਿ ਲੋਕਾਂ ਦਾ ਸਹਿਯੋਗ ਵੀ ਮਿਲਣਾ ਸ਼ੁਰੂ ਹੋ ਗਿਆ। ਸਾਨੂੰ ਨਗਰ ਨਿਗਮ ਦੇ ਮੁਲਾਜ਼ਮ, ਸਾਡੇ ਅਧਿਕਾਰੀ ਕਰਮਚਾਰੀ ਦਿਨ ਰਾਤ ਇੱਕ ਕੀਤਾ, ਔਰ ਉਹਦੇ 'ਚ ਅਸੀਂ ਆਪ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ, ਔਰ ਬਹੁਤ ਸਾਰੀਆਂ ਇੱਦਾਂ ਦੀਆਂ ਇੱਕ ਸਿੰਬੋਲਿਕ ਡਰਾਈਵ ਵੀ ਚਲਾਈਆਂ ਕਿ ਲੋਕਾਂ ਨੂੰ ਇਸ ਤੋਂ ਜਾਗਰੂਕਤਾ ਮਿਲੇ। ਪਰ ਇੱਕ ਸਾਨੂੰ ਉਹਦੇ 'ਚ ਅੱਜ ਵੀ ਮੁਸ਼ਕਿਲ ਆ ਰਹੀ ਹੈ ਕਿ ਜਿਹੜੀ ਸਾਡੀ ਇੱਥੇ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਲੋਕਾਂ ਦੇ ਘਰਾਂ 'ਚੋਂ ਕੂੜਾ ਚੁੱਕਦੀ ਆ, ਉਹ ਬੈਂਕਰਪਟ ਹੋਣ ਕਰਕੇ ਪਿਛਲੇ ਲਗਭਗ 2 ਸਾਲਾਂ ਤੋਂ ਹੀ ਕਾਫੀ ਸ਼ਹਿਰ ਦੇ ਵਿੱਚ ਕੂੜੇ ਦੀ ਕਿਤੇ ਨਾ ਕਿਤੇ ਸਮੱਸਿਆ ਉਹਨਾਂ ਕਰਕੇ ਆਉਂਦੀ ਸੀ। ਮਸ਼ੀਨਰੀ ਬ੍ਰੇਕਡਾਊਨ ਹੋ ਗਈ, ਉਹਨਾਂ ਦੇ ਕੰਪੈਕਟਰ ਜਾਂ ਉਹਨਾਂ ਦੀ ਜਿਹੜੀ ਪੂਰੀ HR ਹੀ ਉਹਨਾਂ ਦਾ ਪੂਰਾ ਕੰਮ ਨਹੀਂ ਕਰ ਰਿਹਾ। ਦੁਨੀਆ ਬਹੁਤ ਸਾਰੀ ਮੈਨੇਜਮੈਂਟ ਦੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਪੂਰੀਆਂ ਨਹੀਂ ਸੀ ਹੋ ਰਹੀਆਂ। ਉਸ ਤੋਂ ਬਾਅਦ ਉਹ ਕੰਪਨੀ ਨੂੰ ਬਦਲ ਕੇ ਉਹਦੇ ਸਟੇਕ ਉਹਨਾਂ ਨੇ ਚੇਂਜ ਕੀਤੀ, ਇੱਕ ਨਵੀਂ ਕੰਪਨੀ ਨੂੰ ਭਾਗੀਦਾਰ ਰਲਾਇਆ। ਅਵਰਡਾ ਕੰਪਨੀ ਇੱਕ ਦੁਬਈ ਤੋਂ ਆਈ। ਅੱਜ ਉਹਦੇ ਨਾਲ ਸਾਡਾ ਕੁਛ ਕੰਮ ਦੇ ਵਿੱਚ ਫਰਕ ਪਿਆ, ਪਰ ਮੈਨੂੰ ਬੜੀ ਇਮਾਨਦਾਰੀ ਨਾਲ ਮੈਂ ਕਹਾਂਗਾ ਕਿ ਸੈਟਿਸਫੈਕਟਰੀ ਕੰਮ ਉਹ ਵੀ ਕੰਪਨੀ ਨਹੀਂ ਕਰ ਪਾਈ, ਔਰ ਮੈਂ ਉਹਨਾਂ ਤੋਂ ਵੀ ਸੈਟਿਸਫਾਈਡ ਨਹੀਂ ਗਾ। ਔਰ ਸਾਡੀਆਂ ਆਪਸ 'ਚ ਮੀਟਿੰਗ ਹੋਈਆਂ, ਸਾਡੇ ਅਫਸਰ ਸਾਹਿਬਾਨ ਪੋਜ਼ੀਟਿਵ ਨੇ ਕਿ ਇਹ ਸ਼ਾਇਦ ਕੰਪਨੀ ਹੌਲੀ ਹੌਲੀ ਕੰਮ ਕਰਨ ਲੱਗ ਪਏਗੀ। ਸੋ ਉਹਦੇ ਉੱਤੇ ਵੀ ਸਾਡੀ ਸਾਰੀ ਹੈਲਥ ਅਤੇ ਸੈਨੀਟੇਸ਼ਨ ਔਰ ਸਾਡੇ ਅਫਸਰ ਕੰਮ ਕਰ ਰਹੇ ਨੇ, ਔਰ ਸਾਡੀ ਕੋਸ਼ਿਸ਼ ਹੈ ਕਿ ਉਹ ਕੰਪਨੀ ਜਿੰਨੀ ਵੀ ਉਹਨਾਂ ਦੀ ਮਸ਼ੀਨਰੀ ਕੋਈ 30-40% ਬ੍ਰੋਕਡਾਊਨ ਹੋਈ ਆ ਉਹ ਨਵੀਂ ਲੈ ਆਉਣ, ਉਹਨੂੰ ਰਿਪਲੇਸ ਕਰ ਲੈਣ। ਜਿੱਦਣ ਉਹ ਸਾਰੇ ਕੰਮ ਹੋ ਜਾਂਦੇ ਉਸ ਦਿਨ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੇ ਇੱਕ ਪੋਜ਼ੀਟਿਵ ਚੇਂਜਸ ਆਉਣਗੇ। ਸੋ ਜੇ ਉਹ ਨਹੀਂ ਵੀ ਹੁੰਦਾ ਤਾਂ ਫਿਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਉਹਨਾਂ ਨੂੰ ਵੀ ਬਦਲ ਕੇ ਕੋਈ ਹੋਰ ਇਹਦਾ ਕੋਈ ਹੱਲ ਕਰੀਏ। ਮੈਂ ਇੱਕ ਪੁਆਇੰਟ ਪੁੱਛਣਾ ਚਾਹੁੰਦਾ ਜੀ। ਸਭ ਤੋਂ ਮੇਨ ਇਹ ਜਦੋਂ ਲਾਸਟ ਟਾਈਮ ਇਲੈਕਸ਼ਨਸ ਵੀ ਹੋਈ ਸੀਗੀਆਂ 2017 ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਇੱਕ ਮੁੱਦਾ ਉੱਠਿਆ ਸੀਗਾ ਭਗਤਾਂ ਵਾਲੇ ਡੰਪ ਦਾ, ਅਤੇ ਮੈਂ ਰਿਗਾਰਡਿੰਗ ਕੁਛ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਉਹ ਕਿੰਨਾ ਕੁ ਅਸੀਂ ਉੱਤੇ ਵਰਕ ਕਰ ਰਹੇ ਹਾਂ, ਕਿ ਉਹ ਵੱਧ ਰਿਹਾ ਹੈ, ਕਿ ਉਹ ਸਟੇਬਲ ਹੈ, ਕਿ ਉਹ ਘੱਟ ਰਿਹਾ, ਅਤੇ ਜੇ ਉਹ ਘੱਟ ਰਿਹਾ ਤਾਂ ਕਿੰਨਾ ਟਾਈਮ ਲਏਗਾ ਉਹ ਖਤਮ ਹੋਣ 'ਤੇ, ਜਾਂ ਉਹ ਕਦੀ ਖਤਮ ਹੋ ਵੀ ਸਕਦਾ ਹੈ ਕਿ ਨਹੀਂ? ਨਹੀਂ, ਉਹਦੇ 'ਚ ਨਾ 2 ਇਸ਼ੂ ਨੇ, ਉਹ ਗੱਲ ਸਮਝ ਲੈਣੀ ਚਾਹੀਦੀ ਹੈ। ਇੱਕ ਤਾਂ ਹੈਗੀ ਕਿ ਜਿਹੜੀ ਉੱਥੇ ਪਹਿਲਾਂ ਦੀ ਵੇਸਟ ਅਕਿਊਮੂਲੇਟ ਹੋ ਚੁੱਕੀ ਹੈ ਪਿਛਲੇ ਕਈ ਸਾਲਾਂ ਦੀ, ਜਿਹਨੂੰ ਅਸੀਂ ਲੈਗੇਸੀ ਵੇਸਟ ਕਹਿ ਰਹੇ ਹਾਂ। ਇੱਕ ਤਾਂ ਉਹਦੀ ਇੱਕ ਬਾਇਓ ਰੈਮੀਡੀਏਸ਼ਨ ਹੋ ਕੇ ਜੋ ਇੱਕ ਤੌਰ ਤਰੀਕਾ ਉਹਦੇ ਨਾਲ ਉਹਦੀ ਮੈਨੇਜਮੈਂਟ ਕੀਤੀ ਜਾਵੇ, ਉਹਨੂੰ ਉੱਥੇ ਜ਼ੀਰੋ ਵੇਸਟ ਖਤਮ ਕੀਤਾ ਜਾਵੇ। ਇੱਕ ਤਾਂ ਇਹ ਮਸਲਾ ਸਾਡੇ ਸਾਹਮਣੇ ਖੜਾ। ਇੱਕ ਹੈਗਾ ਕਿ ਜਿਹੜਾ ਰੋਜ਼ ਦਾ ਕੂੜਾ, ਕੋਈ ਜਿਹੜਾ ਵੀ 350-400 ਟਨ ਕੂੜਾ ਇਸ ਵੇਲੇ ਅਸੀਂ ਇਕੱਠਾ ਕਰ ਰਹੇ ਹਾਂ, ਸ਼ਹਿਰ 'ਚੋਂ ਚੁੱਕ ਰਹੇ ਹਾਂ, ਉਹਦੀ ਨਾਲ ਦੇ ਨਾਲ ਪ੍ਰੋਸੈਸਿੰਗ ਹੋ ਕੇ
ਔਰ ਉਸ ਨੂੰ ਬਿਲਕੁਲ ਉਸ ਵੇਸਟ ਨੂੰ ਖਤਮ ਕੀਤਾ ਜਾਵੇ। ਇਹ ਦੋ ਚੈਲੰਜ ਸਾਡੇ ਸਾਹਮਣੇ ਨੇ ਔਰ ਨਗਰ ਨਿਗਮ ਇਹਨਾਂ ਦੋਵਾਂ ਦੇ ਉੱਤੇ ਹੀ ਕੰਮ ਕਰ ਰਹੀ ਹੈ। ਪਰ ਮੁਸ਼ਕਿਲ ਉਹੀ ਹੈ ਕਿਉਂਕਿ ਲੋਕਾਂ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ। ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਕਿ ਉਹ ਬੜਾ ਕਮਿਊਨੀਕੇਸ਼ਨ ਗੈਪ ਹੁੰਦਾ, ਉਹ ਪਤਾ ਨਹੀਂ ਹੁੰਦਾ। ਇਹ ਸਾਰਾ ਕੁਛ ਉਹ ਜਿਹੜੀ ਕੰਪਨੀ ਦੇ ਜਿਹਨੂੰ ਅਸੀਂ ਠੇਕਾ ਦਿੱਤਾ ਉਹਦੇ ਸਕੋਪ ਆਫ ਵਰਕ 'ਚ ਦੋਨੋਂ ਕੰਮ ਆਉਂਦੇ ਨੇ। ਉੱਥੇ ਲੈਗੇਸੀ ਵੇਸਟ ਦਾ ਵੀ ਖਾਤਮਾ ਕਰਨਾ ਔਰ ਨਾਲ ਦੀ ਨਾਲ ਜਿਹੜੀ ਵੇਸਟ ਉਹ ਚੁੱਕ ਕੇ ਲਿਜਾ ਰਹੇ ਨੇ ਉਹਨੂੰ ਵੀ ਰੋਜ਼ ਦੇ ਰੋਜ਼ ਪ੍ਰੋਸੈਸ ਕਰਕੇ ਖ਼ਤਮ ਕਰਨਾ। ਪਰ ਕੰਪਨੀ ਦੀ ਜਿਹੜੀ ਜਿੱਦਾਂ ਦੀ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਹੋ ਗਈ ਜਾਂ ਜਿੱਦਾਂ ਉਹ ਕੰਪਨੀ ਬੈਂਕਰਪਟ ਹੋ ਗਈ ਜਾਂ ਉਹਨਾਂ ਦੇ ਸੋਰਸਸ ਪੂਰੇ ਨਹੀਂ ਰਹੇ, ਉਹਦਾ ਕਰਕੇ ਸਾਨੂੰ ਨਗਰ ਨਿਗਮ ਨੂੰ ਬਹੁਤ ਕੁਛ ਜਿਹੜਾ ਉਹ ਸਾਨੂੰ ਬੇਅਰ ਕਰਨਾ ਪਿਆ। ਹੁਣ ਅਸੀਂ ਉਹਨਾਂ ਦੇ ਉੱਤੇ ਕਾਫੀ ਪ੍ਰੈਸ਼ਰ ਰੱਖਿਆ। ਬਾਇਓ ਰੈਮੀਡੇਸ਼ਨ ਵੀ ਸ਼ੁਰੂ ਹੋਈ ਹੈ ਔਰ ਸਾਡੀ ਪ੍ਰੋਸੈਸਿੰਗ ਦੇ ਲਈ ਜਿਹੜੇ ਉੱਥੇ ਕੰਪੋਸਟ ਪੈਡ ਬਣਨੇ ਨੇ, ਕੰਪੋਸਟ ਪਿਟ ਬਣ ਗਏ ਨੇ ਔਰ ਕੰਪੋਸਟ ਪੈਡ ਬਣ ਰਹੇ ਨੇ। ਇੱਦਾਂ ਉਹ ਪ੍ਰੋਸੈਸਿੰਗ ਵੀ ਅਸੀਂ ਸਾਈਮਲਟੇਨੀਅਸਲੀ ਨਾਲ ਸ਼ੁਰੂ ਕਰਾ ਰਹੇ ਹਾਂ। ਜਿੱਦਾਂ ਮੈਂ ਅੱਗੇ ਤੁਹਾਨੂੰ ਕਹਿ ਚੁੱਕਾ ਕਿ ਇਹ ਕੰਮ ਉਸ ਕੰਪਨੀ ਦੇ ਪ੍ਰੀਵਿਊ 'ਚ ਆ, ਇਹਨੂੰ ਨਗਰ ਨਿਗਮ ਇਸ 'ਤੇ ਆਪਣੇ ਕੋਲੋਂ ਪੈਸੇ ਨਹੀਂ ਖਰਚ ਸਕਦੀ। ਪਰ ਜੇ ਉਹ ਕੰਪਨੀ ਹੁਣ ਥੋੜ੍ਹੇ ਟਾਈਮ ਦੇ ਵਿੱਚ ਆਪਣਾ ਸੁਧਾਰ ਨਾ ਕਰੇਗੀ, ਸਾਡੀਆਂ ਐਕਸਪੈਕਟੇਸ਼ਨ 'ਤੇ ਪੂਰਾ ਨਾ ਉਤਰੀ ਜਾਂ ਉਹ ਕੰਮ ਦੇ ਵਿੱਚ ਹੁਣ ਕਿਤੇ ਵੀ ਸਾਨੂੰ ਕੋਈ ਕਮੀ ਪੇਸ਼ੀ ਦਿਸੀ, ਹਜੇ ਤੱਕ ਤੇ ਉਹ ਕਰ ਰਹੇ ਨੇ ਬਾਇਓ ਰੈਮੀਡੇਸ਼ਨ, ਜਿੱਦਣ ਸਾਨੂੰ ਇਸ ਕੰਮ 'ਚ ਕੋਈ ਕਮੀ ਪੇਸ਼ੀ ਦੱਸੀ ਅਸੀਂ ਇਹ ਕੰਪਨੀ ਨੂੰ ਟਰਮੀਨੇਟ ਕਰਕੇ ਸਾਡੇ ਕੋਲ ਇਸ ਕੰਮ ਦੇ ਲਈ ਸਫੀਸ਼ੀਐਂਟ ਪੈਸੇ ਪਏ ਨੇ, ਫਿਰ ਅਸੀਂ ਆਪਣੇ ਕੋਲੋਂ ਇਹ ਸਾਰੀਆਂ ਚੀਜ਼ਾਂ ਦਾ ਹੱਲ ਕਰਾਂਗੇ। ਔਰ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਤੁਹਾਡੇ ਇਸ ਚੈਨਲ 'ਤੇ ਕਹਿਣਾ ਚਾਹ ਰਿਹਾ ਫਾਸਟਵੇ 'ਤੇ ਔਰ ਲੋਕਾਂ ਨੂੰ ਦੱਸਣਾ ਚਾਹ ਰਿਹਾ ਕਿ ਇਸ ਡੰਪ ਦੀ ਸਾਰੀ ਜਿਹੜੀ ਉੱਥੇ ਵੇਸਟ ਇਕੱਠੀ ਹੋਈ ਆ ਉਸ ਨੂੰ ਖ਼ਤਮ ਕਰਨਾ, ਇਸ ਕੂੜੇ ਨੂੰ, ਇਹ ਸਾਡੀ ਸਰਕਾਰ ਨੇ ਇਸ ਗੱਲ ਦੀ ਅਨਾਊਂਸਮੈਂਟ ਕੀਤੀ ਆ। ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡੀ ਲੋਕਾਂ ਦੇ ਨਾਲ ਇਹ ਜਿਹੜੀ ਇੱਕ ਕਮਿਟਮੈਂਟ ਆ, ਇਸ ਨੂੰ ਪੂਰਾ ਕਰਨਾ ਸਾਡਾ ਫਰਜ਼ ਹੈ ਔਰ ਮੈਂ ਜ਼ਿੰਮੇਵਾਰੀ ਨਾਲ ਕਹਿ ਕੇ ਜਾ ਰਿਹਾ ਕਿ ਇਸ ਨੂੰ ਅਸੀਂ ਪੂਰਾ ਕਰਾਂਗੇ ਔਰ ਉਸ ਦੇ ਉੱਤੇ ਕੰਮ ਚੱਲ ਰਿਹਾ। ਜਿਹੜੀਆਂ ਕੋਈ ਪਿਛਲੇ 30-35 ਸਾਲ ਦੀਆਂ ਕਮੀਆਂ ਪੇਸ਼ੀਆਂ ਉਹ ਓਵਰਨਾਈਟ ਠੀਕ ਨਹੀਂ ਹੋ ਸਕਦੀਆਂ, ਉਹਦੇ ਲਈ ਸਾਨੂੰ ਸਾਲ 2 ਸਾਲ ਦਾ ਸਮਾਂ ਸ਼ਹਿਰ ਵਾਸੀ ਦੇਣ। ਅਸੀਂ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਂਦੇ ਕਿ ਅਸੀਂ ਜਿੰਨੀਆਂ ਵੀ ਤੁਹਾਡੀਆਂ ਐਕਸਪੈਕਟੇਸ਼ਨ ਸਾਡੇ ਤੋਂ, ਅਸੀਂ ਉੱਤੇ ਖਰੇ ਉਤਰਾਂਗੇ ਔਰ ਇਸ ਸ਼ਹਿਰ ਨੂੰ ਕੂੜਾ ਮੁਕਤ ਕਰਾਂਗੇ। ਔਰ ਉਹਦੇ ਲਈ ਅਸੀਂ ਕੰਮ ਸ਼ੁਰੂ ਕਰ ਦਿੱਤਾ ਔਰ ਇਹਨੂੰ ਹੁਣ ਅਸੀਂ ਸਪੀਡ ਅਪ ਕਰਨਾ ਕਿ ਜਿੰਨੀ ਵੀ ਉੱਥੇ ਅੱਜ 4 ਮਸ਼ੀਨਾਂ ਚੱਲ ਰਹੀਆਂ ਨੇ, ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ 2-3 ਮਹੀਨੇ 'ਚ ਉਹਦੀ ਡਬਲ ਕਪੈਸਿਟੀ ਕਰ ਦਈਏ ਕਿ ਉਨੀ ਜਲਦੀ ਉਹ ਕੂੜੇ ਦਾ ਡੰਪ ਖਤਮ ਕੀਤਾ ਜਾਵੇ। ਔਰ ਜਿਹੜਾ ਕੂੜਾ ਨਾਲ ਦੇ ਨਾਲ ਆ ਰਿਹਾ ਉਸ ਨੂੰ ਰੋਜ਼ ਦੇ ਰੋਜ਼, ਉਹਦਾ 45 ਦਿਨ ਦਾ ਸਰਕਲ ਹੁੰਦਾ, ਉਹ ਰੋਜ਼ ਦੇ ਰੋਜ਼ ਉਹਦੀ ਜਿਹੜੀ ਆ ਉਹਦੀ ਪ੍ਰੋਸੈਸਿੰਗ ਹੋ ਕੇ ਉਹਨੂੰ ਵੀ ਖਤਮ ਕੀਤਾ ਜਾਵੇ। ਔਰ ਇਹ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਇਸ ਚੀਜ਼ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਔਰ ਅਸੀਂ ਇਸ ਚੀਜ਼ ਦੇ ਉੱਤੇ ਖਰਾ ਉਤਰਾਂਗੇ ਔਰ ਲੋਕਾਂ ਨੂੰ ਇਸ ਕੂੜੇ ਦੇ ਡੰਪ ਤੋਂ ਵੀ ਨਿਜਾਤ ਦਿਵਾਵਾਂਗੇ ਔਰ ਰੋਜ਼ ਦੇ ਰੋਜ਼ ਜਿਹੜੇ ਕੂੜੇ ਦੀ ਵੇਸਟ ਜਿੰਨਾ ਵੀ ਵੇਸਟ ਇਕੱਠੀ ਹੋ ਰਹੀ ਹੈ ਉਸ ਨੂੰ ਪ੍ਰੋਸੈਸ ਕਰਾਂਗੇ। ਕਿਉਂਕਿ ਇਹ ਇੱਕ ਪਵਿੱਤਰ ਨਗਰੀ ਹੈ, ਗੁਰੂ ਰਾਮਦਾਸ ਜੀ ਦਾ ਵਸਾਇਆ ਨਗਰ ਹੈ, ਵਿਸ਼ਵ ਪ੍ਰਸਿੱਧ ਧਾਰਮਿਕ ਸਥਲ ਇੱਥੇ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਤੀਰਥ, ਰਾਮ ਤੀਰਥ ਇੱਥੇ ਨੇ, ਲੋਕੀ ਸਜਦਾ ਕਰਨ ਆਉਂਦੇ ਨੇ ਔਰ ਸਾਡਾ ਫਰਜ਼ ਬਣਦਾ ਕਿ ਇਸ ਸ਼ਹਿਰ ਨੂੰ ਅਸੀਂ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਖੂਬਸੂਰਤ ਔਰ ਵਧੀਆ ਸ਼ਹਿਰ ਬਣਾਈਏ ਔਰ ਉਹਦੇ ਲਈ ਨਗਰ ਨਿਗਮ ਕੋਈ ਕਸਰ ਨਹੀਂ ਛੱਡੇਗਾ। ਪਰ ਇੱਕ ਜਿਹੜੀ ਸਾਨੂੰ ਲੋਕਾਂ ਦੇ ਸਾਰੇ ਸ਼ਹਿਰੀਆਂ ਦੇ ਸਹਿਯੋਗ ਦੀ ਲੋੜ ਆ, ਉਹਦੇ 'ਚ ਕਿਤੇ ਨਾ ਕਿਤੇ ਕਮੀ ਆ। ਮੈਂ ਫਿਰ ਤੁਹਾਡੇ ਚੈਨਲ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਉਹਦੇ ਵਿੱਚ ਸਾਡਾ ਸਾਥ ਦਿਓ। ਆਪਣੇ ਘਰਾਂ ਤੋਂ ਕੂੜਾ ਸੈਗਰੀਗੇਟ ਕਰਕੇ ਵੱਖਰਾ ਗਿੱਲਾ ਸੁੱਕਾ ਜਿੱਦਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਉੱਦਾਂ ਦਿਓ। ਕੂੜਾ ਬਿਲਕੁਲ ਬਾਹਰ ਨਹੀਂ ਸੁੱਟਣਾ, ਗੱਡੀ ਤੁਹਾਡੇ ਘਰੋਂ ਆ ਕੇ ਲੈ ਕੇ ਜਾਏਗੀ। ਜੇ ਕਿਤੇ ਉਹ ਲੇਟ ਹੋ ਜਾਂਦੀ, ਇੱਕ ਦਿਨ ਨਹੀਂ ਵੀ ਆਉਂਦੀ, ਕੋਈ ਫਰਕ ਨਹੀਂ ਪੈਂਦਾ, ਕੂੜਾ ਆਪਣੇ ਘਰ ਰੱਖੋ, ਅਗਲੇ ਦਿਨ ਦਿਓ। ਸਾਡੀ ਕੋਸ਼ਿਸ਼ ਹੋਏਗੀ ਕਿ ਟਾਈਮਲੀ ਤੁਹਾਡੇ ਕੋਲ ਗੱਡੀਆਂ ਪਹੁੰਚਣ, ਮਸ਼ੀਨਰੀ ਪਹੁੰਚੇ ਔਰ ਨਗਰ ਨਿਗਮ ਦੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਅਸੀਂ ਉਹਨਾਂ ਨੂੰ ਕਰੈਕਟ ਕਰਾਂਗੇ। ਪਰ ਜਿੱਥੇ ਸਾਨੂੰ ਸ਼ਹਿਰੀਆਂ ਦੇ ਸਾਥ ਦੀ ਲੋੜ ਹੈ, ਉਹ ਮੈਂ ਫਿਰ ਅਪੀਲ ਕਰਾਂਗਾ ਕਿ ਤੁਸੀਂ ਇਸ ਸ਼ਹਿਰ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਰੱਖਣ ਦੇ ਵਿੱਚ ਸਾਡਾ ਸਾਥ ਦਿਓ। ਇਹੀ ਸਾਡੀ ਗੁਰੂਆਂ, ਪੀਰਾਂ, ਫਕੀਰਾਂ ਨੂੰ, ਸਾਡੇ ਰਿਸ਼ੀ ਮੁਨੀਆਂ ਨੂੰ ਸੱਚੀ ਇੱਕ ਸਾਡੀ ਸ਼ਰਧਾ ਜਾਂ ਸ਼ਰਧਾਂਜਲੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ। ਇੱਕ ਸੁਨੇਹਾ ਦਿੱਤਾ ਮੇਅਰ ਸਾਹਿਬ ਨੇ ਫਾਸਟਵੇ ਦੇ ਚੈਨਲ ਰਾਹੀਂ ਲੋਕਾਂ ਨੂੰ। ਪ੍ਰੋਗਰਾਮ ਦੀ ਸ਼ੁਰੂਆਤ 'ਚ ਵੀ ਅਸੀਂ ਆਖਿਆ ਹੀ ਗੱਲ ਤਾਂ ਹੀ ਬਣਦੀ ਹੈ ਜਦੋਂ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਾਂਗੇ। ਜਿਵੇਂ ਮੇਅਰ ਸਾਹਿਬ ਨੇ ਦੱਸਿਆ ਕਿ ਗੁਰੂ ਦੀ ਨਗਰੀ ਹੈ, ਲੱਖਾਂ ਟੂਰਿਸਟ ਆ ਰਹੇ ਹਨ, ਇਸ ਸ਼ਹਿਰ ਨੂੰ ਹਰਿਆ ਭਰਿਆ ਰੱਖਣਾ। ਗੱਲ ਕਰੀਏ ਪਲਾਂਟੇਸ਼ਨ ਦੀ, ਬਿਊਟੀਫਿਕੇਸ਼ਨ ਦੀ, ਬਹੁਤ ਵੱਡੇ ਉਪਰਾਲੇ ਹੋ ਰਹੇ ਹਨ, ਭਾਵੇਂ ਉਹ ਨਗਰ ਨਿਗਮ ਅੰਮ੍ਰਿਤਸਰ ਹੈ ਜਾਂ ਭਾਵੇਂ NGO ਹਨ। ਮੈਂ 2-4 ਨਾਲ ਗੱਲਬਾਤ ਕੀਤੀ, NGOs ਨੇ ਮੈਨੂੰ ਦੱਸਿਆ ਵੀ ਜਦੋਂ ਵੀ ਮੇਅਰ ਸਾਹਿਬ ਨੂੰ ਇਸ ਬਾਰੇ ਕਿਹਾ ਜਾਂਦਾ ਜੀ ਇੱਥੇ ਪਲਾਂਟੇਸ਼ਨ ਹੋਣੀ ਹੈ
ਇੱਥੇ ਫਲਾਣੀ ਚੀਜ਼ ਦੀ ਰਿਕੁਆਇਰਮੈਂਟ ਆ, ਮੇਰਾ ਖਿਆਲ ਸੁਖਮ ਜੀ ਇਹਦੇ ਬਾਰੇ ਜ਼ਿਆਦਾ ਡਿਟੇਲ 'ਚ ਦੱਸ ਸਕਦੇ ਆ। ਫਿਰ ਜੀ ਇਹਨਾਂ ਵੱਲੋਂ YGPT ਵੱਲੋਂ ਇੱਕ ਵੱਡੀ ਮੁਹਿੰਮ ਛੇੜੀ ਗਈ ਹੈ, ਜਿਹੜਾ ਠੰਡੀ ਖੂਹੀ ਦੇ ਕੋਲ 1 ਲੱਖ ਬੂਟਾ ਲਾਇਆ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ। ਹੈਂ ਠੰਡੀ ਕੋਈ कहता था ਠੰਡੀ ਉਹ ਥੈਂਕ ਯੂ ਭਾਜੀ ਤੁਹਾਡੇ ਘਰ। ਚਲੋ ਚਲੋ ਓਕੇ। ਜਿਵੇਂ ਕਿ YGPT ਦੇ ਸੁਖਮਨ ਜੀ ਸਾਡੇ ਕੋਲ ਬੈਠੇ ਹਨ, ਇਹ ਵੀ ਇਸ ਗੱਲ ਦੇ ਗਵਾਹ ਹਨ। 40 ਖੂਹ ਦੇ ਕੋਲ ਇੱਕ ਵੱਡੀ ਮੁਹਿੰਮ ਛੇੜੀ ਗਈ ਹੈ ਜਿੱਥੇ 1 ਲੱਖ ਬੂਟਾ ਲਾਇਆ ਜਾਣਾ ਹੈ। ਸਰ ਕਿਵੇਂ ਇਹ ਪਲਾਨ ਸ਼ੁਰੂ ਹੋਇਆ, ਕਿਵੇਂ ਮੇਅਰ ਸਾਹਿਬ ਨੇ ਤੁਹਾਨੂੰ ਇਸ ਬਾਰੇ ਪੋਜ਼ਿਟਿਵ ਰਿਸਪੌਂਸ ਦਿੱਤੀ, ਤੁਹਾਡਾ ਸਾਥ ਦਿੱਤਾ? ਇਸ ਤੋਂ ਪਹਿਲਾਂ ਨਾ ਅਸੀਂ ਇਹਨਾਂ ਨੂੰ ਅਪਰੋਚ ਕੀਤਾ ਸੀਗਾ ਮਈ ਜੂਨ ਦੇ ਵਿੱਚ, ਉਦੋਂ ਲੋਕਡਾਊਨ ਵੀ ਚੱਲ ਰਿਹਾ ਸੀਗਾ, ਅਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਜਿਹੜੇ ਰੋਡਸ ਹੈਗੇ ਉਹਦੇ ਵਿੱਚ ਡਿਵਾਈਡਰ ਹੈਗੇ ਉਹਦੇ 'ਚ ਅਸੀਂ ਬੂਟੇ ਲਗਾਉਣਾ ਚਾਹੁੰਦੇ ਹਾਂ। ਅਤੇ ਇਹਨਾਂ ਨੇ ਕਿਹਾ ਸੀ ਤੁਸੀਂ 1000 ਬੂਟਾ ਲਗਾ ਕੇ ਚੱਲ ਜਾਓਗੇ, ਉਸ ਤੋਂ ਬਾਅਦ ਕੀ ਉਹਦੀ ਮੇਨਟੇਨੈਂਸ ਕਰੋਗੇ। ਉਸ ਵੇਲੇ ਅਸੀਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਉਹਦੀ ਮੇਨਟੇਨੈਂਸ ਕਰਨੀ ਵੀ ਜ਼ਰੂਰੀ ਹੋਏਗੀ, ਕਿਸ ਤਰ੍ਹਾਂ ਚੱਲਣਗੇ। ਅਸੀਂ 1000 'ਤੇ ਲਗਾਤੇ। ਇਹਨਾਂ ਨੇ ਕਿਹਾ ਜੇ ਤੁਸੀਂ 10,000 ਦਾ ਟਾਰਗੇਟ ਲੈ ਰਹੇ ਹੋ ਤਾਂ ਤੁਸੀਂ ਉਹਨੂੰ ਘਟਾ ਲਓ, ਤੁਸੀਂ 500 'ਤੇ ਲੈ ਆਓ, ਬਟ ਘੱਟੋ ਘੱਟ ਉਹ ਵਾਲੇ ਲਗਾਓ ਜਿਹੜੇ ਚੱਲਣ, ਤੁਸੀਂ ਸਾਲ ਬਾਅਦ ਉਹ ਰਿਜ਼ਲਟ ਸ਼ੋ ਕਰ ਸਕਦੇ ਹੋ ਕਿ ਇਹ ਚੱਲ ਸਕਦੇ। ਅਤੇ ਅਸੀਂ ਫਸਟ ਟਾਈਮ ਸ਼ੁਰੂ ਕੀਤਾ ਸੀ, ਇਹਨਾਂ ਨੇ ਸਾਡੀ ਕਾਫੀ ਹੈਲਪ ਕੀਤੀ। ਅਤੇ ਉਸ ਵੇਲੇ ਅਸੀਂ ਟਰੀ ਗਾਰਡਸ ਲੋਕਾਂ ਨੇ ਸਾਨੂੰ ਸਪੋਂਸਰ ਕੀਤੇ ਸੀਗੇ, ਅਤੇ ਅਸੀਂ ਰੋਡ ਡਿਵਾਈਡਰਸ 'ਤੇ ਟਰੀ ਗਾਰਡਸ ਲਗਾਏ ਸੀਗੇ। ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਹੁਣ ਅਸੀਂ ਮਾਲੀ ਵੀ ਰੱਖਣ ਨੂੰ ਤਿਆਰ ਹਾਂ ਅਤੇ ਸਾਨੂੰ ਤੁਸੀਂ ਥਾਂ ਦਿਓ। ਅਤੇ ਇਹ ਆਪ ਉੱਥੇ ਗਏ ਸੀਗੇ ਅਤੇ ਇਹਨਾਂ ਨੇ ਮਤਲਬ ਬਕਾਇਦਾ ਇਸ ਤਰ੍ਹਾਂ ਦੱਸਿਆ ਸੀਗਾ ਇਹ ਵਾਲਾ ਏਰੀਆ ਤੁਸੀਂ ਹੁਣੇ ਕਰ ਲਓ, ਜਦੋਂ ਇਹ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਇਹ ਵਾਲੇ ਏਰੀਆ 'ਚ ਆ ਜਾਣਾ। ਉੱਥੇ ਪਾਣੀ ਦੀ ਸਾਨੂੰ ਕਮੀ ਸੀਗੀ ਅਤੇ ਇਹਨਾਂ ਨੇ ਸਾਨੂੰ ਪਾਣੀ ਦੀ ਵਾਟਰ ਪਾਈਪਲਾਈਨ ਪਵਾ ਕੇ ਦਿੱਤੀ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਕੂੜਾ ਚੁੱਕ ਵੀ ਰਹੇ ਸੀਗੇ ਅਤੇ ਸਾਨੂੰ ਸਟਾਰਟਿੰਗ ਦੇ ਵਿੱਚ JCBs ਦੀ ਬਹੁਤ ਇਸ਼ੂ ਆਉਂਦੀ ਸੀਗੇ, ਅਤੇ ਕਾਰਪੋਰੇਸ਼ਨ ਵੱਲੋਂ ਕਾਫੀ ਦੇਰ ਉੱਥੇ JCBs ਵੀ ਆਉਂਦੇ ਰਹੇ, ਅਤੇ ਪਹਿਲਾ ਬੂਟਾ ਵੀ ਇਹਨਾਂ ਨੇ ਲਗਾਇਆ ਸੀਗਾ ਜੀ ਉੱਥੇ। ਜੀ ਮੇਅਰ ਸਾਹਿਬ, ਕਿੰਨੀ ਖੁਸ਼ੀ ਹੁੰਦੀ ਹੈ, ਨਗਰ ਨਿਗਮ ਆਪਣਾ ਕੰਮ ਕਰ ਰਿਹਾ, ਤੁਹਾਡੇ ਵੀ ਕਾਫੀ ਵੱਡਾ ਇੱਕ ਵਿੰਗ ਹੈ ਨਗਰ ਨਿਗਮ ਦੇ ਵਿੱਚ ਪਲਾਂਟੇਸ਼ਨ ਬਾਰੇ, ਪਰ ਜਦੋਂ NGOs ਤੁਹਾਡੇ ਨਾਲ ਤੁਹਾਡੇ ਸਪੋਰਟ ਦੇ ਨਾਲ ਇਹੋ ਜਿਹੇ ਕੰਮ ਕਰਦੇ ਆ ਅਤੇ ਐਸੇ ਮੇਅਰ ਕਿੰਨੀ ਸੈਟਿਸਫੈਕਸ਼ਨ? ਦੇਖੋ, ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਾ ਕਿ ਇੱਕ ਹੱਥ ਨਾਲ ਕੁਛ ਨਹੀਂ ਹੋ ਸਕਦਾ, ਦੋਨੇ ਹੱਥ ਰਲ ਕੇ ਕੰਮ ਕਰਾਂਗੇ ਔਰ ਉਹ ਪ੍ਰੋਡਕਟਿਵਿਟੀ ਜ਼ਿਆਦਾ ਹੋਏਗੀ। ਉਹਦੇ 'ਚ ਮੈਨੂੰ ਬੜੀ ਖੁਸ਼ੀ ਆ ਕਿ ਲਾਕਡਾਊਨ 'ਚ ਵੀ, ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਸ਼ਹਿਰ ਦੇ ਚੰਗੀਆਂ ਸੰਸਥਾਵਾਂ ਅੱਗੇ ਆਈਆਂ। ਉਹਦੇ ਵਿੱਚ YGPT ਇੱਕ ਵਨ ਆਫ ਦਾ ਬੈਸਟ ਆਰਗੇਨਾਈਜੇਸ਼ਨ ਜਿਹਨੇ ਬੜਾ ਕੰਮ ਕੀਤਾ। ਹੋਰ ਵੀ ਬਹੁਤ ਸਾਰੀਆਂ NGOs ਜਾਂ ਸੰਸਥਾਵਾਂ ਸੀ ਜਿਨ੍ਹਾਂ ਨੇ ਇੱਕ ਸੋਸ਼ਲ ਕਾਜ਼ ਨੂੰ ਲੈ ਕੇ ਜਾਂ ਸ਼ਹਿਰ ਦੀ ਭਲਾਈ ਵਾਸਤੇ ਜਿੰਨੇ ਵੀ ਸਾਡੀਆਂ ਡਰਾਈਵ ਚੱਲ ਰਹੀਆਂ ਸੀ ਉਹਦੇ 'ਚ ਯੋਗਦਾਨ ਦਿੱਤਾ। ਜਿਹੜੀ ਗੱਲ ਅਸੀਂ ਪਲਾਂਟੇਸ਼ਨ ਦੀ ਕਰ ਰਹੇ ਹਾਂ, ਉਹ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਟੇਕ ਓਵਰ ਕੀਤਾ ਸੀ, ਬਹੁਤ ਸਾਰੇ ਸੱਜਣ ਇੱਥੇ, ਇਹ ਕਈਆਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ, ਪਰ ਇਹ ਸੱਚ ਆ ਕਿ ਅਸੀਂ ਲੋਕ ਕਈ ਵਾਰੀ ਇੱਕ ਸਿਰਫ ਫੋਟੋ ਖਿਚਾਉਣ ਵਾਸਤੇ TV 'ਚ ਅਖਬਾਰਾਂ 'ਚ ਦੇਣ ਲਈ ਪਲਾਂਟੇਸ਼ਨ ਡਰਾਈਵ ਸ਼ੁਰੂ ਕਰਦੇ ਹਾਂ। ਅੱਜ ਅਸੀਂ ਇੰਨੇ 1000 ਪੌਦੇ ਲਾਤੇ, ਅੱਜ ਅਸੀਂ ਇੰਨੇ 1000, ਪਰ ਮੈਂ ਉਹ ਪਹਿਲੇ ਦਿਨ ਤੋਂ ਹੀ ਇੱਕ ਗੱਲ ਆਪਣੇ ਡਿਪਾਰਟਮੈਂਟ ਨੂੰ ਵੀ ਕਹੀ ਕਿ ਅਸੀਂ ਹਜ਼ਾਰਾਂ 'ਚ ਨਾ ਲਾਈਏ, ਸੈਂਕੜਿਆਂ 'ਚ ਲਾਈਏ, ਪਰ ਇਹ ਮੇਕ ਸ਼ੋਰ ਕਰੀਏ ਕਿ ਜਿੰਨੇ ਵੀ ਪਲਾਂਟ ਲੱਗਣ ਉਹ ਚੱਲਣ। ਉਹਦੇ ਲਈ ਪਲਾਂਟ ਤੇ ਅੱਜ 5-10 ਰੁਪਏ ਦਾ ਵੀ ਆ ਜਾਂਦਾ, ਪਰ ਉਸ ਨੂੰ ਚਲਾਉਣ ਦੇ ਲਈ ਟਰੀ ਗਾਰਡ ਦੀ ਲੋੜ ਹੁੰਦੀ ਹੈ, ਔਰ ਟਰੀ ਗਾਰਡ 1000-1200 ਰੁਪਏ ਤੋਂ ਘੱਟ ਬਣਦਾ ਨਹੀਂ। ਸੋ ਉਹਦੇ ਲਈ ਅਸੀਂ ਪਹਿਲੇ ਦਿਨ ਤੋਂ ਇਹ ਡਰਾਈਵ ਚਲਾਈ ਸੀ। ਜਿਹੜੇ ਚੰਗੇ ਬਿਜ਼ਨਸ ਹਾਊਸ ਨੇ ਅਸੀਂ ਉਹਨਾਂ ਨੂੰ ਔਨ ਬੋਰਡ ਲਿਆ, ਉਹਨਾਂ ਨੇ ਸਾਨੂੰ ਕਾਫੀ CSR ਦੇ ਵਿੱਚ ਟਰੀ ਗਾਰਡਸ ਦਿੱਤੇ, ਔਰ ਉਹਦੇ ਨਾਲ ਅਸੀਂ ਸ਼ਹਿਰ 'ਚ ਬਹੁਤ ਵੱਡੀ ਇੱਕ ਪਲਾਂਟੇਸ਼ਨ ਕੀਤੀ। ਔਰ ਉਹ ਪਲਾਂਟੇਸ਼ਨ, ਸਾਨੂੰ ਖੁਸ਼ੀ ਇਸ ਗੱਲ ਦੀ ਕਿ ਜਿਹੜੀ ਪਲਾਂਟੇਸ਼ਨ ਹੋਈ ਉਹ ਸਾਰੇ ਪਲਾਂਟ ਚੱਲੇ, ਕਿਉਂਕਿ ਉਹ ਸਿਰਫ ਇੱਕ ਖਾਨਾ ਪੂਰਤੀ ਨਹੀਂ ਹੋਈ, ਉਹ ਪਲਾਂਟ ਅੱਜ ਬਚੇ ਨੇ, ਔਰ ਉਹਨਾਂ ਦਾ ਫਾਇਦਾ ਜਿਹੜਾ ਵਾ ਉਹ ਸਾਡੇ ਸਿਟੀਜ਼ਨਸ ਨੂੰ ਮਿਲਣਾ ਸ਼ੁਰੂ ਹੋਣ ਵਾਲਾ। ਸੋ ਇਸ ਇੱਕ ਸੋਚ ਨੂੰ ਲੈ ਕੇ ਚੱਲੇ ਸੀ। ਜਦੋਂ ਮੈਨੂੰ ਸੁੱਖ ਅੰਮ੍ਰਿਤ ਹੋਣੀ ਵੀ ਮਿਲੇ ਤਾਂ ਇਹਨਾਂ ਨੂੰ ਮੈਂ ਇਹੀ ਕਿਹਾ ਕਿ ਹਜ਼ਾਰਾਂ ਨਾ ਲਾਓ, ਸਿਰਫ ਤੁਸੀਂ ਜੇ 10,000 ਲਾ ਰਹੇ ਹੋ ਤਾਂ ਉਹਦੀ ਜਗ੍ਹਾ 'ਤੇ 500 ਲਗਾ ਦਿਓ, ਪਰ 500 ਨੂੰ ਮੇਕ ਸ਼ੋਰ ਕਰੋ ਕਿ ਚੱਲ ਜਾਏ। ਸੋ ਇਹ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਮੇਰੀ ਗੱਲ ਸਮਝੀ, ਔਰ ਇਹਨਾਂ ਨੇ ਉਹ ਜਿਹੜਾ 500 ਪਲਾਂਟ ਵਿਦ ਟਰੀ ਗਾਰਡ ਲਾਇਆ। ਉਸ ਤੋਂ ਬਾਅਦ ਇਹਨਾਂ ਦਾ ਉਤਸ਼ਾਹ ਵਧਿਆ। ਇਹਨਾਂ ਨੇ ਸਾਨੂੰ 1 ਲੱਖ ਪੌਦਾ ਲਾਉਣ ਦਾ ਇੱਕ ਟੀਚਾ ਸੀਗਾ, ਔਰ ਉਹਦੇ ਲਈ ਨਗਰ ਨਿਗਮ ਨੇ 40 ਖੂਹ ਵਿਖੇ ਜਿਹੜੀ ਸਾਡੇ ਕੋਲ ਉੱਥੇ ਜਗ੍ਹਾ ਪਈ ਆ, ਉਹਦੇ ਵਿੱਚ ਅਸੀਂ ਇਹਨਾਂ ਨੂੰ ਲਗਭਗ ਉਹ 7-8 ਏਕੜ ਦੀ ਇੱਕ ਜਿਹੜੀ ਪੋਕਟ ਦਿੱਤੀ ਹੈ, ਔਰ ਉਹਦੇ 'ਚ ਇਹਨਾਂ ਨੂੰ ਹੋਰ ਫੈਸਿਲੀਟੇਟ ਅਸੀਂ ਕੀਤਾ। ਜਿਹੜੀ ਮਸ਼ੀਨਰੀ ਚਾਹੀਦੀ ਸੀ, ਪਾਣੀ ਦੀਆਂ ਪਾਈਪਾਂ ਚਾਹੀਦੀਆਂ ਸੀ, ਕੁਛ ਚਾਹੀਦਾ ਸੀ, ਉਹ ਸਾਰਾ ਕਰਵਾ ਕੇ ਉਹ ਇਹਨਾਂ ਨੂੰ ਦਿੱਤਾ। ਔਰ ਅੱਜ ਮੈਨੂੰ ਖੁਸ਼ੀ ਹੈ ਕਿ ਇਹ ਸਾਰੇ ਨੌਜਵਾਨ ਸਾਥੀ ਇਸ YGPT ਸੰਸਥਾ ਦੇ ਵਿੱਚ ਬਹੁਤ ਚੰਗੇ ਘਰਾਂ ਦੇ ਨੌਜਵਾਨ ਲੜਕੇ ਲੜਕੀਆਂ ਜੁੜੇ ਨੇ, ਔਰ ਬੜੀ ਇੱਕ ਸੇਵਾ ਦੇ ਨਾਲ, ਸੇਵਾ ਭਾਵ ਦੇ ਨਾਲ ਇਹ ਅੱਜ ਸ਼ਹਿਰ ਲਈ ਕੰਮ ਕਰ ਰਹੇ ਨੇ। ਔਰ ਇਹਨਾਂ ਨੇ ਬਹੁਤ ਸੋਹਣੀ ਉੱਥੇ ਪਲਾਂਟੇਸ਼ਨ ਕਰਨੀ ਸ਼ੁਰੂ ਕੀਤੀ ਆ,
ਔਰ ਇਹਨਾਂ ਨੇ ਸਭ ਤੋਂ ਵਧੀਆ ਗੱਲ ਕੀਤੀ ਕਿ ਇੱਕ ਬਹੁਤ ਵਧੀਆ ਯੋਗ ਇਹਨਾਂ ਨੂੰ ਗਾਈਡੈਂਸ ਮਿਲ ਗਈ ਕਿ ਇਹਨਾਂ ਦੀ ਅਗਵਾਈ ਇੱਕ IRS ਆਫਿਸਰ ਰੋਹਿਤ ਮਹਿਰਾ ਜੀ ਕਰ ਰਹੇ ਨੇ। ਔਰ ਉਹ ਅੱਜ ਤੁਸੀਂ ਪਤਾ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕਾਫੀ ਨਾਮ ਮਸ਼ਹੂਰ ਆ, ਉਹ ਹਰ ਜਗ੍ਹਾ ਦੇ ਉੱਤੇ ਆ ਜਿਹੜੇ ਅਰਬਨ ਮਾਈਕਰੋ ਫੋਰੈਸਟ ਜਾਂ ਹੋਰ ਪਲਾਂਟੇਸ਼ਨ ਦੇ ਵਿੱਚ ਵਰਟੀਕਲ ਗਾਰਡਨਸ ਉਹ ਕਾਫੀ ਕੰਮ ਕਰ ਰਹੇ ਨੇ। ਤੇ ਹਾਂ, ਉਹ ਸਾਨੂੰ ਨਗਰ ਨਿਗਮ ਨੂੰ ਵੀ ਇਹਨਾਂ ਦਾ ਇੱਕ ਬਹੁਤ ਵੱਡਾ ਸਹਿਯੋਗ ਮਿਲਿਆ। ਜਿਹੜੀਆਂ ਸਾਡੇ ਨਗਰ ਨਿਗਮ ਦੇ ਲੈਵਲ ਤੋਂ ਇਹਨਾਂ ਨੂੰ ਜ਼ਰੂਰਤਾਂ ਸੀ ਉਹ ਅਸੀਂ ਪੂਰੀਆਂ ਕਰ ਦਿੱਤੀਆਂ, ਪਰ ਜਿਹੜੀ ਇੱਕ ਮੇਨਟੇਨੈਂਸ ਆ ਔਰ ਲਗਾਤਾਰ ਇਹ ਬੱਚਿਆਂ ਵਾਂਗੂ ਪੌਦਿਆਂ ਨੂੰ ਪਾਲਣਾ, ਇਹਦੇ ਲਈ ਉਹ ਉਸ ਦਿਲ ਦੇ ਵਿੱਚ ਰਹਿਮ ਹੋਣਾ ਚਾਹੀਦਾ, ਉਹ ਸ਼ੌਕ ਹੋਣਾ ਚਾਹੀਦਾ, ਔਰ ਉਹ ਇਸ ਸੰਸਥਾ ਦੇ ਹੈਗਾ ਔਰ ਇਹਨਾਂ ਦੇ ਸਾਥੀਆਂ ਦੇ ਹੈਗਾ। ਔਰ ਸਾਨੂੰ ਬਹੁਤ ਵੱਡੀ ਇਹਨਾਂ ਦੀ ਇੱਕ ਬੜੀ ਵੱਡੀ ਬ੍ਰੇਕ ਥਰੂ ਹੈ ਕਾਰਪੋਰੇਸ਼ਨ ਨੂੰ ਕਿ ਸਾਡੇ ਨਾਲ ਇੱਦਾਂ ਦੀਆਂ ਚੰਗੀਆਂ NGOs ਜੁੜੀਆਂ ਨੇ ਔਰ ਸਾਡਾ ਕੰਮ ਕਰਾ ਰਹੀਆਂ। ਜੀ ਸਰ, क्वेश्चन मैं लास्ट में अपने वालों पूछना चाहना ਜੀ ਸਮਾਪਤੀ ਜਾ ਰਿਹਾ, ਮੈਂ ਚਾਹਾਂਗਾ ਜੇ ਹੋਰ ਕੋਈ ਗੱਲ एक लास्ट क्वेश्चन मैं पूछना चाहना। एक स्वच्छता सर्वेक्षण ਚੱਲ ਰਿਹਾ ਜਿਹਦੇ ਵਿੱਚ ਅਸੀਂ ਹੁਣ ਕੋਸ਼ਿਸ਼ ਕਰ ਰਹੇ ਕਿ ਆਪਣਾ ਰੈਂਕ ਅੰਮ੍ਰਿਤਸਰ ਦਾ ਅਸੀਂ ਟੌਪ 10 ਦੇ ਵਿੱਚ ਲੈ ਕੇ ਆਈਏ। ਉਹਦੇ 'ਚ ਇੱਕ ਪੁਆਇੰਟ ਆਉਂਦਾ ਹੈ ਪਲਾਸਟਿਕ ਫ੍ਰੀ ਬਣਾਉਣ ਵਾਸਤੇ ਸ਼ਹਿਰ ਨੂੰ, ਤੇ ਉਹਦੇ 'ਚ ਕੀ ਹੈਗਾ ਜਿਹੜੀ ਸਾਡੀ ਕਾਰਪੋਰੇਸ਼ਨ ਕਰ ਰਹੀ ਹੈ ਤੇ ਕੀ ਹੈਗੇ ਜਿਹੜੇ ਅਸੀਂ ਆਪਣੇ ਜਿਹੜੇ ਸਿਟੀਜ਼ਨਸ ਹੈਗੇ ਅਸੀਂ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਦੀ ਵੀ ਉਹਦੇ ਬਾਰੇ ਗਾਈਡਲਾਈਨਸ ਆਈਆਂ ਵੀ ਇਹਦੀ ਵਰਤੋਂ ਘਟਾਈ ਜਾਵੇ ਜਾਂ ਨਾ ਕੀਤੀ ਜਾਏ, ਇਸ ਬਾਰੇ ਨਗਰ ਨਿਗਮ ਕੀ ਕਰ ਰਿਹਾ? ਦੇਖੋ, ਜ਼ਰੂਰੀ ਨਹੀਂ ਕਿ ਸਾਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਸਰਕਾਰਾਂ ਕਹਿਣ ਅਸੀਂ ਫਿਰ ਹੀ ਕੰਮ ਕਰਨਾ। ਸਾਨੂੰ ਆਪਣੀ ਸਿਹਤ ਵਾਸਤੇ, ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਸਾਨੂੰ ਪਤਾ ਹੀ ਆ ਕਿ ਕਿਹੜੇ ਕੰਮ ਸਾਡੇ ਲਈ ਖਤਰਨਾਕ ਨੇ, ਕਿਹੜੇ ਕੰਮ ਸਾਡੇ ਲਈ ਚੰਗੇ ਨੇ। ਪਲਾਸਟਿਕ ਦੇ ਕੀ ਨੁਕਸਾਨ ਨੇ ਅੱਜ ਹਰ ਇੱਕ ਸ਼ਹਿਰੀ ਨੂੰ ਪਤਾ ਲੱਗ ਚੁੱਕਾ, ਪਰ ਅਸੀਂ ਇੰਨੇ ਕੁ ਡਿਪੈਂਡੈਂਟ ਹੋ ਗਏ ਹਾਂ, ਇੰਨੇ ਕੁ ਲਥਾਰਜਕ ਹੋ ਗਏ ਹਾਂ ਕਿ ਅਸੀਂ ਇਹਨੂੰ ਆਪਣੇ ਮਗਰੋਂ ਨਹੀਂ ਲਾ ਸਕਦੇ। ਮੇਰੀ ਇਹੀ ਅਪੀਲ ਹੈ ਕਿ ਇੱਕਦਮ ਇਸ ਤੋਂ ਨਿਜਾਤ ਪਾਉਣੀ ਮੁਸ਼ਕਿਲ ਹੈ, ਪਰ ਹੌਲੀ ਹੌਲੀ ਇਸ ਨੂੰ ਘਟਾਉਣਾ ਪਏਗਾ, ਜਿਹਦੇ ਵਿੱਚ ਸਾਡੀ ਸਰਕਾਰ ਨੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ 50 ਮਾਈਕਰੋਨ ਤੋਂ ਥੱਲੇ ਦਾ ਪਲਾਸਟਿਕ ਦੇ ਪੋਲੀਥਨਸ ਨੇ ਉਹ ਨਹੀਂ ਯੂਜ਼ ਕੀਤੇ ਕਰਨ ਦਿੱਤੇ ਜਾਣਗੇ। ਉਹਦੇ ਲਈ ਸਾਡੇ ਵੱਲੋਂ ਜੁਰਮਾਨੇ ਵੀ ਨੇ, ਸਜ਼ਾ ਵੀ ਆ, ਉਹ ਨਗਰ ਨਿਗਮ ਨੇ ਚਲਾਨ ਕਰਨੇ ਵੀ ਸ਼ੁਰੂ ਕੀਤੇ ਨੇ। ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਹੌਲੀ ਹੌਲੀ ਇਸ ਨੂੰ ਅਸੀਂ ਨੋ ਪਲਾਸਟਿਕ ਵਾਲਾ ਜਿਹੜਾ ਇੱਕ ਸਾਡਾ ਸਿਰਫ ਇੱਕ ਨਾਰਾ ਹੀ ਨਹੀਂ, ਇਸ ਨੂੰ ਆਪਾਂ ਸਕਾਰਾਤਮਕ ਕਰੀਏ ਔਰ ਇਸ ਪਲਾਸਟਿਕ ਦੇ ਲਿਫਾਫਿਆਂ ਨੂੰ, ਪਲਾਸਟਿਕ ਦੀਆਂ ਚੀਜ਼ਾਂ ਨੂੰ ਜਿਹੜੀਆਂ ਖਾਸ ਕਰਕੇ ਸਿੰਗਲ ਯੂਜ਼ ਪਲਾਸਟਿਕ, ਇਸ ਨੂੰ ਬਿਲਕੁਲ ਬੈਨ ਕਰੀਏ, ਕਿਉਂਕਿ ਇਹਦੀਆਂ ਜਿਹੜੇ ਰੀਪਰਕਸ਼ਨਸ ਨੇ ਉਹ ਬਹੁਤ ਖਤਰਨਾਕ ਨੇ ਸਾਡੀ ਸਿਹਤ ਵਾਸਤੇ, ਸਾਡੇ ਵਾਤਾਵਰਨ ਵਾਸਤੇ। ਸੋ ਮੇਰੀ ਇਹੀ ਅਪੀਲ ਹੈ ਕਿ ਹੌਲੀ ਹੌਲੀ ਇਹਦੇ ਉੱਤੇ ਅਸੀਂ ਸਖਤੀ ਕਰਾਂਗੇ, ਪਰ 50 ਮਾਈਕਰੋਨ ਤੋਂ ਥੱਲੇ ਜੇ ਹੁਣ ਕੋਈ ਵੀ ਦੁਕਾਨਦਾਰ ਕੋਈ ਵੀ ਇੱਦਾਂ ਦੀ ਵਰਤੋਂ ਕਰਦਾ ਪਲਾਸਟਿਕ ਦੀ ਫੜਿਆ ਜਾਂਦਾ ਤੇ ਉਸ ਨੂੰ ਉਸ ਦੇ ਨਤੀਜੇ ਭੁਗਤਣੇ ਪੈਣਗੇ। ਮੇਰੀ ਇਹੀ ਅਪੀਲ ਹੈ ਕਿ ਆਪਣੇ ਸ਼ਹਿਰ ਵਾਸਤੇ, ਆਪਣੇ ਸ਼ਹਿਰੀਆਂ ਦੀ ਸਿਹਤ ਵਾਸਤੇ ਅਸੀਂ ਇਸ ਪਲਾਸਟਿਕ ਤੋਂ ਨਿਜਾਤ ਪਾਈਏ ਔਰ ਸਾਰੇ ਸ਼ਹਿਰੀ ਸਹਿਯੋਗ ਦੇਣ ਕਿ ਇੱਕ ਪ੍ਰਣ ਕਰਨ ਕਿ ਅਸੀਂ ਪਲਾਸਟਿਕ ਦੀਆਂ ਚੀਜ਼ਾਂ ਨਹੀਂ ਵਰਤਣੀਆਂ ਔਰ ਖਾਸ ਕਰਕੇ ਜਿਹੜੇ ਪੋਲੀਥੀਨ ਦੀ ਬਹੁਤ ਵੱਡੇ ਤਾਦਾਦ 'ਚ ਵਰਤੋਂ ਹੋ ਰਹੀ ਹੈ ਉਹਨੂੰ ਘਟਾਈਏ ਔਰ ਜਿਹੜੇ ਸਾਡੇ ਰਵਾਇਤੀ ਥੈਲੇ ਨੇ ਉਹਨਾਂ ਨੂੰ ਅਸੀਂ ਵਰਤਣਾ ਸ਼ੁਰੂ ਕਰੀਏ। ਗੱਲ ਫਿਰ ਉੱਥੇ ਹੀ ਆ ਕੇ ਰੁਕਦੀ ਹੈ, ਜਿੰਨੀ ਦੇਰ ਲੋਕ ਨਹੀਂ ਜਾਗਰੂਕ ਹੋਣਗੇ ਉਨੀ ਦੇਰ ਕਿਵੇਂ ਕੋਈ ਕੰਮ ਹੋਏਗਾ। ਦੋਸਤੋ, ਫਾਸਟਵੇ ਦੀ ਸਮੁੱਚੀ ਟੀਮ ਵੱਲੋਂ, ਮੇਅਰ ਸਾਹਿਬ ਵੱਲੋਂ ਅਤੇ YGPT ਵੱਲੋਂ ਤੁਹਾਨੂੰ ਇੱਕ ਸੁਨੇਹਾ, ਜੇਕਰ ਚਾਹੁੰਦੇ ਹਾਂ ਸਾਡੀ ਸਿਹਤ ਦੀ ਸਹੀ ਸਾਂਭ ਸੰਭਾਲ, ਜੇਕਰ ਚਾਹੁੰਦੇ ਹਾਂ, ਕਿਉਂਕਿ ਮੈਂ ਅਕਸਰ ਕਹਿੰਦਾ ਜੇਕਰ ਤੁਸੀਂ ਸਿਹਤਮੰਦ ਤਾਂ ਹੀ ਤੁਹਾਡਾ ਪਰਿਵਾਰ ਸਿਹਤਮੰਦ, ਤਾਂ ਆਓ ਪ੍ਰਣ ਧਾਰੀਏ। ਸਰਕਾਰਾਂ ਆਪਣੇ ਕੰਮ ਕਰ ਰਹੀਆਂ ਹਨ, ਅਦਾਲਤਾਂ ਆਪਣੇ ਕੰਮ ਕਰ ਰਹੀਆਂ ਹਨ, ਪਰ ਅਸੀਂ ਧਾਰੀਏ ਵੀ ਨਹੀਂ ਅਸੀਂ ਪਲਾਸਟਿਕ ਦੀ ਵਰਤੋਂ ਕਰਨੀ। ਤੇ ਮੇਰਾ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਸਿੱਟੇ ਸਾਹਮਣੇ ਆਉਣਗੇ, ਕਿਉਂਕਿ ਟਾਈਮ ਥੋੜ੍ਹਾ ਮੇਰੇ ਕੋਲ ਗੱਲ ਹੋ ਰਹੀ ਸੀ ਬੂਟਿਆਂ ਦੀ ਸਾਂਭ ਸੰਭਾਲ ਦੀ। ਮੈਂ ਮੇਅਰ ਸਾਹਿਬ ਦੀ ਨੌਲੇਜ ਦੇ ਅਤੇ ਲੋਕਾਂ ਦੀ ਨੌਲੇਜ ਲਿਆਉਣਾ ਚਾਹਾਂਗਾ। ਮੇਅਰ ਸਾਹਿਬ, ਕਈ ਵਾਰੀ ਦੇਖੀਦਾ ਜੇ ਸੁਖਮਨ ਜੀ ਨਾਲ ਜਾਂ YGPT ਦੇ ਹੋਰ ਕਿਸੇ ਮੈਂਬਰ ਨਾਲ ਜਾ ਰਹੇ ਹੋ ਤੇ ਸੜਕ ਦੇ ਵੱਲ ਤੇ ਵੇਖਣਾ ਹੀ ਵੇਖਣਾ, ਕਿ ਡਰਾਈਵਿੰਗ ਕਰ ਰਹੇ ਨਾਲ ਹੀ ਸੱਜਿਆ ਧਿਆਨ ਹੁੰਦਾ ਵੀ ਕਿਹੜਾ ਪਲਾਂਟ ਕਿਸ ਤਰ੍ਹਾਂ ਚੱਲ ਰਿਹਾ ਹੈ, ਕੋਈ ਟ੍ਰੀ ਗਾਰਡ ਤੇ ਨਹੀਂ ਡੈਮੇਜ ਹੋਇਆ, ਕੋਈ ਬੂਟੇ ਨੂੰ ਲੋੜ ਤੇ ਨਹੀਂ ਹੈ ਜੀ। ਔਰ ਉਸ ਦੇ ਨਾਲ ਇਹਦੇ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਨਿਕਲਣਗੇ। ਮੇਰੇ ਸਾਹਿਬ ਸਮਾਂ ਥੋੜ੍ਹਾ, ਪਰ ਇੱਕ ਫਟਾਫਟ ਇੱਕ ਸਵਾਲ ਦਾ ਜਵਾਬ ਮੇਰੇ ਮਨ 'ਚ ਹੈ। ਕਿਧਰੇ ਕੋਈ ਸੜਕ ਖਰਾਬ ਹੁੰਦੀ ਹੈ, ਕਿਧਰੇ ਕੋਈ ਟੋਇਆ ਪੈਂਦਾ ਹੈ, ਤਾਂ ਸਭ ਤੋਂ ਪਹਿਲੇ ਸਵਾਲ ਉੱਠਦਾ ਹੈ ਇਹ ਸੜਕ ਸਾਡੀ ਨਹੀਂ, ਫਲਾਣੇ ਮਹਿਕਮੇ ਦੀ ਹੈ। ਪਰ ਜਿਹਨੇ ਸਵਾਲ ਉਠਾਇਆ ਹੁੰਦਾ ਉਹ ਤੁਹਾਡੇ ਸ਼ਹਿਰ ਦਾ ਵਾਸੀ ਹੁੰਦਾ ਹੈ, ਉਹਦਾ ਲਾਂਭਾ ਸਿਰਫ ਨਗਰ ਨਿਗਮ ਨੂੰ ਜਾਂਦਾ ਹੈ। ਇਹਦੇ ਬਾਰੇ ਕੀ ਸਰਕਾਰ ਚਿੰਤਿਤ ਹੈ ਆਉਣ ਵਾਲੇ ਸਮੇਂ? ਕਿਉਂਕਿ ਮੈਂ ਸਮਝਣਾ ਜੀ ਜੇਕਰ ਕਿਸੇ ਆਮ ਬੰਦੇ ਨੂੰ, ਸ਼ਹਿਰੀ ਨੂੰ ਕੰਪਲੇਂਟ ਹੈ, ਉਹਦੇ ਵਾਸਤੇ ਮਸਲਾ ਨਹੀਂ ਹੋਣਾ ਚਾਹੀਦਾ ਜੀ ਮੈਂ PWD ਨੂੰ ਮਿਲਾਂ, ਫਿਰ ਉਹ ਕਵੇ ਨਗਰ ਨਿਗਮ ਨੂੰ ਮਿਲਾਂ, ਫਿਰ ਮੈਂ ਕਹਾਂ ਜੀ ਨੈਸ਼ਨਲ ਹਾਈਵੇ ਨੂੰ ਮਿਲਾਂ। ਕੀ ਇਸ ਬਾਰੇ ਨਗਰ ਨਿਗਮ ਖਾਸ ਕਰਕੇ ਤੁਸੀਂ ਸ਼ਹਿਰ ਦੇ ਸੇਵਕ ਹੋ, ਕੀ ਤੁਸੀਂ ਚਿੰਤਿਤ ਹੋ? ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਗਾ ਕਿ ਸ਼ਹਿਰ 'ਚ ਬਹੁਤ ਸਾਰੀਆਂ ਏਜੰਸੀਜ਼ ਕੰਮ ਕਰਦੀਆਂ ਨੇ, ਜਿਹਦੇ 'ਚ
ਸਾਰੀਆਂ ਚੀਜ਼ਾਂ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੀਆਂ ਔਰ ਨਗਰ ਨਿਗਮ ਨੇ ਉਹਨਾਂ ਚੀਜ਼ਾਂ ਦਾ ਹੱਲ ਨਹੀਂ ਕਰਨਾ ਹੁੰਦਾ। ਪਰ ਬਤੌਰ ਫਸਟ ਸਿਟੀਜ਼ਨ ਲੋਕਾਂ ਨੂੰ ਆਸਾਂ ਸਾਡੇ ਤੋਂ ਹੁੰਦੀਆਂ ਨੇ ਔਰ ਲੋਕੀ ਜਿਹੜੀ ਵੀ ਆਪਣੀ ਕੰਪਲੇਂਟ ਨੇ ਉਹ ਦੂਜੇ ਮਹਿਕਮਿਆਂ ਨੂੰ ਨਹੀਂ ਕਰਦੇ, ਉਹ ਨਗਰ ਨਿਗਮ ਨੂੰ ਹੀ ਕਰਦੇ ਨੇ, ਆਪਣੇ ਕੌਂਸਲਰਸ ਨੂੰ, ਮੇਅਰਸ ਨੂੰ ਜਾਂ ਹੋਰ ਕਰਮਚਾਰੀ ਅਧਿਕਾਰੀਆਂ ਨੂੰ ਕਰਦੇ ਨੇ। ਪਰ ਉਹਦੇ 'ਚ ਇੱਕ ਨਗਰ ਨਿਗਮ ਵਾਸਤੇ ਬੜੀ ਮੁਸ਼ਕਿਲ ਆ ਜਾਂਦੀ ਹੈ ਕਿ ਜਿੱਦਾਂ ਕੋਈ ਰੋਡ PWD ਦੀ ਆ, ਕੋਈ ਟਰਸਟ ਦੀ ਆ, ਕੋਈ ਨੈਸ਼ਨਲ ਹਾਈਵੇ ਅਥਾਰਟੀ ਦੀ ਆ, ਜਾਂ ਹੋਰ ਪੁੱਡਾ ਨੇ, ADA, ਬਹੁਤ ਸਾਰੇ ਮਹਿਕਮੇ ਨੇ। ਉਹਦਾ ਲੋਕੀ ਸਾਰੇ ਦੀਆਂ ਸਾਰੀਆਂ ਜਿਹੜੀਆਂ ਉਹਦੀ ਬੈਕਲੈਸ਼ ਆ ਉਹ ਸਾਰੀ ਕਾਰਪੋਰੇਸ਼ਨ ਦੇ ਸਿਰ ਆਉਂਦੀ ਆ। ਪਰ ਇਹ ਸਾਨੂੰ ਮੁਸ਼ਕਿਲ ਆਉਂਦੀ ਆ ਔਰ ਮੈਨੂੰ ਇਹ ਚੰਗਾ ਵੀ ਨਹੀਂ ਲੱਗਦਾ ਲੋਕਾਂ ਨੂੰ ਕਹਿਣਾ ਕਿ ਇਹ ਸਾਡੀ ਜ਼ਿੰਮੇਵਾਰੀ ਨਹੀਂ, ਫਲਾਣੇ ਦੀ ਜ਼ਿੰਮੇਵਾਰੀ ਆ। ਅਸੀਂ ਤੇ ਕੋਸ਼ਿਸ਼ ਜਲਦੀ ਅਪਰੋਚ ਨਗਰ ਨਿਗਮ ਤੱਕ, ਹਾਂ, ਸਾਡੀ ਕੋਸ਼ਿਸ਼ ਹੁੰਦੀ ਕਿ ਜਿਹੜਾ ਕੰਮ ਅਸੀਂ ਕਰਵਾ ਸਕਦੇ ਉਹ ਕਰਵਾ ਦਈਏ, ਪਰ ਉਹਦਾ ਹੁਣ ਇੱਕ ਸਥਾਈ ਹੱਲ ਅਸੀਂ ਲੱਭਾ। ਔਰ ਮੈਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਸੀ, ਉਹ ਵੀ ਕਾਫੀ ਪੁਸ਼ਿੰਗ ਨੇ, ਇੰਟਰਸਟਡ ਨੇ ਇਸ ਸ਼ਹਿਰ ਦੀ ਦਿੱਖ ਸਵਾਰਨ ਦੇ ਵਿੱਚ। ਸੋ ਅਸੀਂ ਇੱਕ ਫੈਸਲਾ ਕੀਤਾ ਸੀਗਾ ਕਿ ਅਸੀਂ ਇੱਕ ਸਾਰੇ ਮਹਿਕਮਿਆਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਜਿਹੜੀ ਉਹ ਬਣਾਉਣ ਜਾ ਰਹੇ ਹਾਂ, ਜਿਹੜੀ ਉਹ DC ਸਾਹਿਬ ਦੇ ਪ੍ਰਵਿਊ 'ਚ ਬਣ ਜਾਏਗੀ ਔਰ ਸਾਰੇ ਮਹਿਕਮਿਆਂ ਦੀ ਇੱਕ ਅਸੀਂ ਮੰਥਲੀ ਜਾਂ ਬਾਇਓ ਵੀਕਲੀ ਇੱਕ ਮੀਟਿੰਗ ਹੋਇਆ ਕਰੇਗੀ ਔਰ ਜੋ ਕਮੀਆਂ ਪੇਸ਼ੀਆਂ ਜਿਹੜੇ ਹੈਗੀਆਂ ਨੇ, ਜਿਹੜੇ ਡਿਪਾਰਟਮੈਂਟ ਦੀਆਂ ਨੇ, ਉਹਨਾਂ ਨੂੰ ਉਹ ਨੋਟ ਕਰਾਈਆਂ ਜਾਣਗੀਆਂ ਔਰ ਉਹਨਾਂ ਤੋਂ ਉਹਦੇ ਹੱਲ ਕਰਵਾਏ ਜਾਣਗੇ। ਸੋ ਉਹਦੇ ਲਈ ਅਸੀਂ ਜਲਦੀ ਇੱਕ ਕੋਆਰਡੀਨੇਸ਼ਨ ਕਮੇਟੀ ਜਿਹੜੀ ਉਹ DC ਸਾਹਿਬ ਦੇ ਪ੍ਰਵਿਊ 'ਚ ਬਣਾਉਣ ਜਾ ਰਹੇ ਹਾਂ ਔਰ ਉਹਦੀਆਂ ਮੀਟਿੰਗਸ ਜਿਹੜੀਆਂ ਨੇ ਉਹ ਰੈਗੂਲਰ ਹੋਣਗੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਉਣਗੇ ਔਰ ਲੋਕਾਂ ਨੂੰ ਬਹੁਤ ਵੱਡੀ ਇੱਕ ਰਾਹਤ ਮਿਲੇਗੀ। ਇੱਕ ਚੰਗਾ ਸੁਨੇਹਾ ਕਹਿ ਲਈਏ ਸਾਨੂੰ ਮਿਲ ਗਿਆ ਮੇਅਰ ਸਾਹਿਬ ਵੱਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਨਹੀਂ ਸੋਚਣਾ ਪਏਗਾ ਇੱਕ ਆਮ ਸ਼ਹਿਰੀ ਨੂੰ ਵੀ ਮੈਂ ਕਿਹੜੇ ਮਹਿਕਮੇ ਨੂੰ ਕਹਾਂ। ਸਰਕਾਰਾਂ ਦੇ ਮਸਲੇ ਹੋਣਗੇ, ਮੇਅਰ ਸਾਹਿਬ ਨੇ ਜਿਵੇਂ ਦੱਸਿਆ ਕਮੇਟੀ ਬਣ ਰਹੀ ਹੈ, ਉਹਦੇ ਸਿੱਟੇ ਵੀ ਸਾਹਮਣੇ ਆਉਣਗੇ। ਦੋਸਤੋ, ਇਹ ਪ੍ਰੋਗਰਾਮ ਦਿਖਾਉਣ ਦਾ ਟੀਚਾ ਇਹੋ ਹੀ ਹੈ ਜਿੱਥੇ ਜਿੱਥੇ ਸਾਡੀ ਘਾਟ ਆ ਰਹੀ ਹੈ ਅਸੀਂ ਜ਼ਰੂਰ ਦੂਰ ਕਰੀਏ, ਕਿਉਂਕਿ ਅਸੀਂ ਇਸ ਸ਼ਹਿਰ ਦੇ ਵਾਸੀ ਹਾਂ। ਮੈਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਕਿਹਾ ਸਾਨੂੰ ਮਾਣ ਹੋਣਾ ਚਾਹੀਦਾ ਹੈ, ਇਹ ਪਵਿੱਤਰ ਗੁਰੂ ਦੀ ਨਗਰੀ ਦੇ ਵਾਸੀ ਹਾਂ। ਜਦੋਂ ਅਸੀਂ ਅੰਮ੍ਰਿਤਸਰੋਂ ਬਾਹਰ ਜਾਂਦੇ ਹਾਂ ਤਾਂ ਸਾਨੂੰ ਵੱਖਰਾ ਸਤਿਕਾਰ ਮਿਲਦਾ ਹੈ ਜਦ ਅਸੀਂ ਕਹਿੰਦੇ ਹਾਂ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ। ਤਾਂ ਆਓ ਇਸ ਸ਼ਹਿਰ ਦੀ ਸਾਂਭ ਸੰਭਾਲ ਆਪ ਕਰੀਏ। ਨਗਰ ਨਿਗਮ, NGOs ਸਾਰੇ ਹੀ ਲੱਗੇ ਹੋਏ ਹਨ ਔਰ ਦਿਲੋਂ ਲੱਗੇ ਹੋਏ ਹਨ। ਜਿਵੇਂ YGPT ਦੀ ਗੱਲ ਕਰੀਏ, ਠੰਡੀ ਕੋਈ ਮਾਫੀ ਚਾਹੀਦਾ, YGPT ਦੀ ਗੱਲ ਕਰੀਏ ਤੇ 40 ਖੂਹ ਦੇ ਕੋਲ ਜਿੱਥੇ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲੇ ਸਿਰਫ ਕੂੜਾ ਨਜ਼ਰ ਆਉਂਦਾ ਸੀ, ਢੇਰ ਨਜ਼ਰ ਆਉਂਦੇ ਸੀ, ਪਲਾਸਟਿਕ ਕਚਰਾ ਨਜ਼ਰ ਆਉਂਦਾ ਸੀ, ਅੱਜ ਤੁਸੀਂ ਉੱਥੇ ਜਾ ਕੇ ਵੇਖੋ ਤੇ ਹਰਿਆਲੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਜਿਹੜੇ ਬੂਟੇ ਲੱਗ ਰਹੇ ਹਨ ਉਹਨਾਂ ਦੇ ਥੋੜ੍ਹੇ ਸਮੇਂ ਬਾਅਦ 2-4 ਮਹੀਨਿਆਂ ਬਾਅਦ ਜਦ ਉਹ ਆਪਣੇ ਜੋਬਨ 'ਤੇ ਆਉਣਗੇ ਤਾਂ ਪਤਾ ਲੱਗੇਗਾ ਵੀ ਕੋਈ ਚੰਗਾ ਕੰਮ ਹੋਇਆ ਔਰ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਸਾਨੂੰ ਜ਼ਰੂਰ ਅਸੀਸ ਦੇਗੀ। ਅਸੀਂ ਧੰਨਵਾਦੀ ਹਾਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਜੀ ਰਿੰਟੂ ਦਾ ਅਤੇ ਖਾਸ ਕਰਕੇ YGPT ਦੇ ਸੁਖਮੰਦਰ ਦਾ। ਸਰ, ਤੁਹਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ। ਦਰਸ਼ਕੋ, ਇੱਦਾਂ ਹੀ ਹੋਰ ਪ੍ਰੋਗਰਾਮ ਲੈ ਕੇ ਨਵੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਾਂਗੇ। ਆਗਿਆ ਦਿਓ ਜੀ, ਧੰਨਵਾਦ।